ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਤੇ ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਬਸਾਨੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਹਾਂਜੀ ਸੁਸ਼ੀਲ ਜੀ, ਆਪਾਂ ਗੱਲਬਾਤ ਕਰਦੇ ਵੀ ਅੱਜ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡੀ ਬਦਲ ਆਇਆ, ਜਿਹੜਾ ਕਿ ਕਿਸਾਨਾਂ ਦੀ ਜਿੱਤ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜੇ ਬਿੱਲ ਜਿਹੜੇ ਦੁਬਾਰਾ ਵਾਪਸ ਗੌਰਮੈਂਟ ਨੇ ਲੈ ਲਏ ਹੈਗੇ ਆ। ਚਾਰ ਚੁਫੇਰੇ ਦਾ ਬਹੁਤ ਵੱਡਾ ਜਸ਼ਨ ਮਨਾਏ ਜਾ ਰਹੇ ਆ। ਦੱਸੋ ਸੁਰਖੀਆਂ ਕਿਸ ਤਰ੍ਹਾਂ ਦੀਆਂ ਹਨ? ਜੀ ਦੇਖੋ, ਗੱਲ ਇਹ ਆ ਕਿ ਸੱਚਮੁੱਚ ਜਿੱਦਾਂ ਤੁਸੀਂ ਕਿਹਾ ਕਿ ਅੱਜ ਹਿਸਟੋਰੀਕਲ ਵਿਨ ਹੋਈ ਹੈ। ਠੀਕ ਹੈ, ਪ੍ਰਧਾਨ ਮੰਤਰੀ ਨੇ ਤਾਂ 19 ਤਰੀਕ ਨੂੰ ਹੀ ਗੁਰਪੁਰਬ ਵਾਲੇ ਦਿਨ ਐਲਾਨ ਕਰ ਦਿੱਤਾ ਸੀ ਤੇ ਉਦੋਂ ਤੋਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਅਸੀਂ ਤਾਂ ਫਿਰ ਜਦੋਂ ਤੱਕ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਯਕੀਨ ਕਰਨਾ ਮੁਸ਼ਕਿਲ ਹੈ। ਤੇ ਅੱਜ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਮੂਵ ਹੋਏ ਨੇ ਇਹ ਤਿੰਨੇ ਜਿਹੜੇ ਬਿੱਲਾਂ ਦੇ ਖਿਲਾਫ ਜਿਹੜਾ ਬਿੱਲ ਲਿਆਂਦਾ ਗਿਆ ਤੇ ਉਹਨਾਂ ਨੂੰ ਰੱਦ ਕੀਤਾ ਗਿਆ। ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੇ ਮੋਹਰ ਲੱਗ ਗਈ ਹੈ ਜੀ। ਹੁਣ ਕੁਝ ਖਬਰਾਂ ਏਦਾਂ ਦੀਆਂ ਆ ਰਹੀਆਂ ਕਿ MSP ਤੇ ਹੋਰਨਾਂ ਮੰਗਾਂ ਤੇ ਵੀ ਸਹਿਮਤੀ ਬਣ ਸਕਦੀ ਹੈ, ਪਰ MSP ਸਪੈਸ਼ਲੀ ਜਿਹੜਾ ਉਹਦੇ ਤੇ ਥੋੜਾ ਲੰਮਾ ਸਮਾਂ ਵੀ ਲੱਗ ਸਕਦਾ ਹੈ। ਪਰ ਨਾਲ ਖਬਰ ਆ ਰਹੀ ਹੈ ਕਿ ਛੇਤੀ ਕਿਸਾਨਾਂ ਦੀ ਜਿਹੜੀ ਆ ਘਰ ਵਾਪਸੀ ਵੀ ਹੋ ਸਕਦੀ ਹੈ। ਐਮਰਜੈਂਸੀ ਮੀਟਿੰਗ ਕਾਲ ਕਰ ਰਹੀ ਹੈ ਇਸ ਕਿਸਾਨ ਮੋਰਚੇ ਨੇ 1 ਦਸੰਬਰ ਨੂੰ, ਤੇ ਪਾਰਲੀਮੈਂਟ ਦੇ ਵਿੱਚ ਅੱਜ ਜਿਸ ਤਰ੍ਹਾਂ ਹੰਗਾਮਾ ਵੀ ਹੋਇਆ ਤੇ ਚਰਚਾ ਨਹੀਂ ਹੋ ਸਕੀ, ਬਿਨਾਂ ਚਰਚਾ ਤੋਂ ਬਿੱਲ ਜਿਹੜੇ ਰੱਦ ਕਰ ਦਿੱਤੇ ਗਏ। ਤੇ ਕੁਝ ਹੋਰ ਖਬਰਾਂ ਨੇ, ਬੀਬੀ ਜਗੀਰ ਕੌਰ ਜਿਹੜੇ ਆ ਉਹ ਪ੍ਰਧਾਨ ਨਹੀਂ ਰਹੇ ਹੁਣ ਉਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਥਾਂ ਤੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਤੇ ਬਾਅਦ ਚ ਤੁਰੰਤ ਅਕਾਲੀ ਦਲ ਨੇ ਆਪਣੇ 2 ਕੈਂਡੀਡੇਟ ਅਨਾਉਂਸ ਕਰ ਦਿੱਤੇ, ਬੀਬੀ ਜਗੀਰ ਕੌਰ ਵੀ ਹੈ ਜਿਹਨਾਂ ਨੂੰ ਭਲੱਖ ਤੋਂ ਟਿਕਟ ਦਿੱਤੀ ਗਈ ਹੈ, ਤੇ ਬਿਕਰਮ ਸਿੰਘ ਮਜੀਠੀਆ ਜਿਹਨਾਂ ਨੂੰ ਮਜੀਠੇ ਤੋਂ ਟਿਕਟ ਦੇ ਦਿੱਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਅੱਜ ਗੋਲਮੋਲ ਦੀਆਂ ਗੱਲਾਂ ਕੀਤੀਆਂ, ਪਰ ਨਾਲ ਕਿਹਾ ਕਿ ਜਿਹੜਾ ਅਕਾਲੀਆਂ ਨਾਲ ਸਾਡਾ ਸਮਝੌਤਾ ਕਦੇ ਰਿਹਾ ਉਹ ਐਵੇਂ ਮਜਬੂਰੀ ਚ ਹੁੰਦਾ ਸੀ ਤੇ ਘਾਟੇ ਵਾਲਾ ਸੌਦਾ ਸੀ। ਹੁਣ ਤਾਂ ਅਸੀਂ 117 ਸੀਟਾਂ ਜਿੱਤਣੀਆਂ ਪੰਜਾਬ ਚ। ਇਸੇ ਤਰ੍ਹਾਂ ਖਬਰ ਆਈ ਕਿ ਕੈਪਟਨ ਅਮਰਿੰਦਰ ਸਿੰਘ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਮਿਲੇ ਨੇ। ਇਹਦੇ ਆਰ ਪਾਰ ਦੇਖਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਬਾਕੀ ਕੁਝ ਹੋਰ ਖਬਰਾਂ ਨੇ ਉਹਨਾਂ ਤੇ ਆਪਾਂ ਝਾਤ ਪਾਉਣੇ ਆ। ਪਰ ਸਭ ਤੋਂ ਵੱਡੀ ਖਬਰ ਇਹੀ ਹੈ ਕਿ ਪਾਰਲੀਮੈਂਟ ਦੇ ਵਿੱਚ ਅੱਜ ਉਹ ਕਾਨੂੰਨ ਰੱਦ ਹੋ ਗਏ ਜਿਹੜੇ ਕਾਨੂੰਨ ਬੜੇ ਜ਼ੋਰ ਸ਼ੋਰ ਦੇ ਨਾਲ ਭਾਰਤ ਦੇ ਵਿੱਚ ਲਾਗੂ ਕਰਨ ਦੀਆਂ ਗੱਲਾਂ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੇ ਕੀਤੀਆਂ ਸੀ, ਪਰ ਕਿਸਾਨਾਂ ਦੇ ਅੰਦੋਲਨ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਬਿੱਲ ਰੱਦ ਹੋਣ। ਜਿਨ੍ਹਾਂ ਨੂੰ ਰੱਦ ਲਫ਼ਜ਼ ਤੋਂ ਅਲਰਜੀ ਸੀ ਉਹਨਾਂ ਨੂੰ ਆਪ ਇਹ ਬਿੱਲ ਅੱਜ ਰੱਦ ਕਰਨੇ ਪਏ ਹੈ। ਸੋ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵੱਡੀ ਇਤਿਹਾਸਕ ਜਿੱਤ ਹੈ ਜੀ। ਜੰਦੂ ਸਾਹਿਬ ਹਾਂਜੀ, ਆਪਣੇ ਦਸਾਂਝ ਸਾਹਿਬ, ਇਸ ਤੋਂ ਅਗਲੀ ਖਬਰ ਜਿਹੜੀ ਹੈ, ਜਿਵੇਂ ਹੁਣ ਕੇਸ ਜਿਹੜੇ 3 ਬਿੱਲ ਤਾਂ ਵਾਪਸ ਲੈ ਲਏ ਆ ਗੌਰਮੈਂਟ ਨੇ, ਜਿਹੜਾ ਨੈਕਸਟ ਮਸਲਾ ਜਿਹੜਾ ਹੈਗਾ MSP ਦਾ, ਇਹਦੇ ਬਾਰੇ ਫਿਰ ਗੌਰਮੈਂਟ ਨੇ ਕੀ ਡਿਸੀਜਨ ਲਊਗੀ? ਇਦਾਂ ਹੈ ਕਿ ਪਹਿਲਾਂ ਤਾਂ ਮੈਂ ਥੋੜਾ ਜਿਹਾ, ਕਿਉਂਕਿ ਆਪਾਂ ਤਾਂ ਸ਼ੁਰੂਆਤ ਚ ਥੋੜੀ ਜਿਹੀ ਗੱਲ ਕੀਤੀ ਹੈ, ਪਰ ਥੋੜਾ ਜਿਹਾ ਆਪਾਂ ਕਿਸਾਨ ਅੰਦੋਲਨ ਦਾ ਜਿਹੜਾ 1 ਸਾਲ ਹੈ ਇਹਦੇ ਤੇ ਨਜ਼ਰਸਾਨੀ ਜਦੋਂ ਕਰਦੇ ਆ ਤਾਂ ਕਈ ਚੀਜ਼ਾਂ ਸਪਸ਼ਟ ਹੁੰਦੀਆਂ ਵੀ। ਨੰਬਰ 1 ਤਾਂ ਇਹ ਹੈ ਕਿ ਇਹ ਗੱਲ ਤੈਅ ਹੋ ਗਈ 3 ਖੇਤੀ ਕਾਨੂੰਨ ਰੱਦ ਹੋਣ ਦੇ ਨਾਲ ਜੀ। ਇਹ ਸਹੀ ਦ੍ਰਿਸ਼ਟੀ ਦੇ ਨਾਲ, ਸਹੀ ਨਜ਼ਰੀਏ ਦੇ ਨਾਲ ਤੇ ਇਕਜੁੱਟ ਤਾਕਤ ਦੇ ਨਾਲ ਤੇ ਇਮਾਨਦਾਰੀ ਦੇ ਨਾਲ, ਓਨੈਸਟੀ ਦੇ ਨਾਲ ਤੇ ਸ਼ਾਂਤਮਈ ਤਰੀਕੇ ਦੇ ਨਾਲ ਜੇ ਕੋਈ ਅੰਦੋਲਨ ਲੋਕਾਂ ਦਾ ਚੱਲੇ ਤਾਂ ਉਹਦੇ ਸਿੱਟੇ ਕਾਫੀ ਪੋਜ਼ਿਟਿਵ ਨਿਕਲਦੇ ਆ ਜੀ। ਤੇ ਉਹ ਸਿੱਟੇ ਨਿਕਲੇ ਪੋਜ਼ਿਟਿਵ। ਕਿਸਾਨ ਜਥੇਬੰਦੀਆਂ ਦਾ ਏਕਾ, ਸੰਯੁਕਤ ਕਿਸਾਨ ਮੋਰਚੇ ਤੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਉਹਨਾਂ ਦੀ ਸਹੀ ਅਗਵਾਈ ਤੇ ਲੋਕਾਂ ਦਾ ਜਜ਼ਬਾ ਜੀ, ਉਹਨਾਂ ਨੇ ਇਹ ਹਿਸਟੋਰੀਕਲ ਜਿਹੜੀ ਇੱਕ ਇਤਿਹਾਸਕ ਜਿੱਤ ਜਿਹੜੀ ਆ ਸਾਡੇ ਪੱਲੇ ਪਾਈ ਹੈ। ਦੂਜੀ ਗੱਲ ਜਿਹੜੀ ਹੈ ਕਿ ਇਸ ਅੰਦੋਲਨ ਦੀ ਜਿੱਤ ਦੇ ਨਾਲ ਇੱਕ ਗੱਲ ਹੋਰ ਪੱਕੀ ਹੋਈ ਬਈ ਭਵਿੱਖ ਦੇ ਵਿੱਚ ਕੋਈ ਵੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕਾਨੂੰਨ ਲਿਆਉਣ ਦੀ ਜਦੋਂ ਕੋਸ਼ਿਸ਼ ਕਰੇਗੀ ਤਾਂ ਉਹਦੇ ਸਾਹਮਣੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਇਸ ਮਹਾਨ ਅੰਦੋਲਨ ਦੀ ਜਿਹੜੀ ਹੈ ਤਸਵੀਰ ਉਭਰੇਗੀ। ਕੋਈ
ਹਿੰਮਤ ਨਹੀਂ ਹੋਏਗੀ ਸਰਕਾਰਾਂ ਦੀ ਕਿ ਬਿਨਾਂ ਕਿਸੇ ਪੁਣਛਾਣ ਤੋਂ ਤੇ ਬਿਨਾਂ ਕਿਸੇ ਨੂੰ ਪੁੱਛਿਆ ਦੱਸਿਆ ਅਚਾਨਕ ਹੀ ਇਸ ਤਰ੍ਹਾਂ ਦੇ ਕੋਈ ਕਾਨੂੰਨ ਲਿਆਂਦੇ ਜਾਣ। ਸੋ ਭਵਿੱਖ ਦੇ ਵਿੱਚ ਕੱਲਾ ਕਿਸਾਨ ਨਹੀਂ, ਭਾਰਤ ਦਾ ਆਮ ਜਨ ਜਿਹੜਾ ਆ ਉਹਦੇ ਆਉਣ ਵਾਲੇ ਜਿਹੜੇ ਕੋਈ ਇਸ ਤਰ੍ਹਾਂ ਦੇ ਅੰਦੋਲਨ ਹੈ ਉਹਦੀ ਕਨਸੋਹ ਸਰਕਾਰ ਨੂੰ ਰਹੇਗੀ ਤੇ ਸਰਕਾਰ ਘੱਟੋ ਘੱਟ ਆਉਣ ਵਾਲੇ 10-15 ਸਾਲ ਤੱਕ ਏਦਾਂ ਦਾ ਕੋਈ ਕੰਮ ਨਹੀਂ ਕਰੇਗੀ ਜਿਹੜਾ ਕੰਮ ਸਿੱਧੇ ਤੌਰ ਦੇ ਉੱਤੇ ਇਫੈਕਟ ਕਰਦਾ ਹੋਵੇ ਭਾਰਤ ਦੇ ਆਮ ਆਦਮੀ। ਪਰ ਚੌਕਸੀ ਜ਼ਰੂਰੀ ਹੈ ਤੇ ਜਿਹੜੇ ਲੋਕ ਅੰਦੋਲਨ ਕਰਨ ਵਾਲੇ ਆ ਉਹਨਾਂ ਦਾ ਨਜ਼ਰੀਆ ਜਿਹੜਾ ਆ ਉਹ ਬਿਲਕੁਲ ਸਾਫ਼ ਹੋਣਾ ਜ਼ਰੂਰੀ ਹੈ। ਤੇ ਸਭ ਤੋਂ ਵੱਡੀ ਗੱਲ ਇਕਜੁੱਟਤਾ ਜਿਹੜੀ ਹੈ, ਵੱਖ-ਵੱਖ ਵਰਗਾਂ ਦੇ ਵਿੱਚ ਜਿਹੜੇ ਲੋਕ ਵਿਚਰਦੇ ਨੇ ਉਹਨਾਂ 'ਚ ਇਕਜੁੱਟਤਾ ਜਿਹੜੀ ਆ ਬੜੀ ਜ਼ਰੂਰੀ ਹੈ, ਭਾਈਬੰਦੀ ਜ਼ਰੂਰੀ ਹੈ। ਤੇ ਜਿਹੜੀ ਵੱਖ-ਵੱਖ ਜਿਹੜੇ ਸਾਡੇ ਫਿਰਕੇ ਨੇ ਜਿਨ੍ਹਾਂ 'ਚ ਪਾੜ ਪਾਉਣ ਦੀ ਕੋਸ਼ਿਸ਼ ਸਰਕਾਰਾਂ ਕਰਦੀਆਂ ਅਕਸਰ, ਉਹ ਸਰਕਾਰਾਂ ਦੀਆਂ ਇਹਨਾਂ ਕੋਸ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਜਿਹੜੀ ਹੈ ਉਹ ਜ਼ਰੂਰੀ ਹੈ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਤਰ੍ਹਾਂ ਦੇ ਅੰਦੋਲਨਾਂ ਨੂੰ ਲੀਡ ਕਰਨ ਵਾਲੇ ਲੋਕਾਂ ਦੀ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਹ ਚਰਚਾ ਚੱਲ ਪਈ ਹੈ ਕਿ ਸ਼ਾਇਦ MSP ਤੇ ਜਿਹੜੀਆਂ ਬਾਕੀ ਮੰਗਾਂ ਉਹਦੇ ਤੇ ਵੀ ਸਹਿਮਤੀ ਬਣੇਗੀ। ਇੱਕ ਮੰਗ ਤਾਂ ਨਾਲ ਦੀ ਨਾਲ ਹੋਰ ਮੰਨੀ ਗਈ ਪਰਸੋਂ ਜਦੋਂ ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਪਰਾਲੀ ਸਾੜਨਾ ਹੁਣ ਭਾਰਤ ਦੇ ਵਿੱਚ ਅਪਰਾਧ ਦੀ ਸ਼੍ਰੇਣੀ 'ਚ ਨਹੀਂ ਆਏਗਾ ਜੀ। ਤਾਂ ਮਤਲਬ ਹੈ ਕਿ ਜਿਹੜਾ ਇੱਕ ਬਿੱਲ ਪਿਆ ਪੈਂਡਿੰਗ ਹਾਲੇ ਪੋਲਿਊਸ਼ਨ ਵਾਲਾ ਬਿੱਲ ਜਿਹਦੇ 'ਚ ਇਹ ਮੱਦ ਲਿਖੀ ਹੋਈ ਹੈ ਵੀ ਪਰਾਲੀ ਸਾੜਨਾ ਸਜ਼ਾਯੋਗ ਅਪਰਾਧ ਹੈ ਤੇ ਜਦੋਂ ਬਿੱਲ ਹੁਣ ਪੇਸ਼ ਹੋਏਗਾ ਉਹਦੇ 'ਚੋਂ ਮੱਦ ਕੱਢੀ ਜਾਏਗੀ। ਸਰਕਾਰ ਇਹਦੇ ਲਈ ਤਿਆਰ ਹੋ ਗਈ ਹੈ। ਸੋ ਸਰਕਾਰ ਕਾਫੀ ਹੱਦ ਤੱਕ ਅੰਦਰੋਂ ਡਰੀ ਹੋਈ ਹੈ ਵੀ ਡਰਨ ਦਾ ਇੱਕ ਵੱਡਾ ਕਾਰਨ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਦੀਆਂ ਚੋਣਾਂ ਹੈ। ਇਹਦੇ 'ਚ ਸਰਕਾਰ ਨੂੰ ਲੱਗਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜੀ। ਕਰਕੇ ਅਸੀਂ ਸਮਝਦੇ ਹਾਂ ਭਾਵੇਂ ਬੜਾ ਪੇਚੀਦਾ ਮਸਲਾ ਆ MSP ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਜਿਣਸ ਹੈ ਉਹਦਾ ਘੱਟੋ ਘੱਟ ਮੁੱਲ ਜਿਹੜਾ ਆ ਸਰਕਾਰ ਨਿਰਧਾਰਿਤ ਕਰੇ, ਇਹਦੀ ਗਰੰਟੀ ਦੇਵੇ। ਜੇ ਉਹ ਗਰੰਟੀ ਦੇਗੀ ਤੇ ਸਰਕਾਰ ਨੇ ਜਿੰਨੇ ਕੋਟੇ ਦਾ ਕੋਈ ਚੱਕਣਾ ਹੋਇਆ, ਕੋਈ ਝੋਨਾ, ਕਣਕ ਜਾਂ ਕੋਈ ਵੀ ਫਸਲ ਸਰਕਾਰ ਉਹ ਚੱਕੇ ਜੀ। ਪਰ ਜਿਹੜੀ ਬਚੀ ਹੋਈ ਜਿਣਸ ਹੈ ਜੇ ਉਹ ਪ੍ਰਾਈਵੇਟ ਪਲੇਅਰ ਦੇ ਚੁੱਕਣੀ ਹੈ ਤਾਂ ਘੱਟੋ ਘੱਟ ਸਰਕਾਰ ਦਾ ਤੈਅ ਕੀਤਾ ਹੋਇਆ ਘੱਟੋ ਘੱਟ ਸਹਾਇਕ ਮੁੱਲ ਉਤਾਰੇ, ਉਹ ਤੋਂ ਘੱਟ ਨਾ ਵਿਕੇ। ਇਹਦਾ ਗਰੰਟੀ ਕਾਨੂੰਨ ਚਾਹੀਦਾ ਹੈ। ਇਹਦੇ ਤੇ ਡਿਬੇਟਸ ਹੋ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਮਾਮਲਾ ਥੋੜਾ ਪੇਚੀਦਾ ਹੈ ਤੇ ਥੋੜਾ ਸਮਾਂ ਲੱਗ ਸਕਦਾ ਹੈ। ਪਰ ਜੇ ਕਿਸਾਨ ਜਥੇਬੰਦੀਆਂ ਦਾ, ਕਿਸਾਨਾਂ ਦੇ ਇਸ ਅੰਦੋਲਨ ਦਾ ਦਬਾਅ ਬਣਿਆ ਰਵੇ, ਭਾਵੇਂ ਅੰਦੋਲਨ ਜਿਹੜਾ ਪਹਿਲੀ ਨੂੰ ਪਤਾ ਲੱਗ ਜਾਣਾ ਵੀ ਅੰਦੋਲਨ ਅੱਗੇ ਬਾਰਡਰ ਦੇ ਉੱਤੇ ਲੜਿਆ ਜਾਣਾ ਜਾਂ ਇਹਦਾ ਰੂਪ ਬਦਲਣਾ, ਪਰ ਭਾਵੇਂ ਇਹਦਾ ਰੂਪ ਵੀ ਬਦਲ ਜਾਏ, ਪਰ ਜੇ ਇਸ ਅੰਦੋਲਨ ਦਾ ਦਬਾਅ ਬਣਿਆ ਰਹੇਗਾ ਤਾਂ ਲਾਜ਼ਮੀ ਹੈ ਕਿ ਸਰਕਾਰ ਨੂੰ MSP ਵਾਲੀ ਮੰਗ ਵੀ ਜਿਹੜੀ ਹੈ ਮੰਨਣੀ ਪਏਗੀ ਜੀ। ਦੇਖੋ ਦਸਾਂਝ ਸਾਹਿਬ, ਸਰਕਾਰਾਂ ਜਿੰਨੀਆਂ ਮਰਜ਼ੀ ਮੈਜੋਰਟੀ 'ਚ ਹੋ ਜਾਣ, ਜਿੰਨਾ ਮਰਜ਼ੀ ਧੱਕਾ ਕਰ ਲੈਣ, ਪਰ ਲੋਕਾਂ ਦੇ ਵਿਰੋਧ ਮਗਰ, ਲੋਕਾਂ ਦੇ ਰੋਹ ਦੇ ਮਗਰ ਪੂਰੇ ਉਹਦਾ ਕੋਈ ਹੱਲ ਨਹੀਂਗਾ। ਠੀਕ ਆ, ਪਿਛਲੇ ਸਾਲ ਲਾਸਟ ਈਅਰ ਵਿੱਚ ਜਿਹੜਾ 26 ਜਨਵਰੀ ਨੂੰ ਜਿਹੜਾ ਹੱਲਾ ਗੁੱਲਾ ਉੱਥੇ ਹੋਇਆ ਸੀਗਾ, ਕਿੰਨੀਆਂ ਤਾਕਤਾਂ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਸਲੂਟ ਹੈ ਸਾਡੇ ਜਿਹੜੇ ਸੀਗੇ ਲੀਡਰ, ਸਾਡੇ ਕਿਸਾਨ ਲੀਡਰ ਸੀਗੇ 32 ਜਥੇਬੰਦੀਆਂ, ਉਹਨਾਂ ਨੂੰ ਸਲੂਟ ਹੈ ਵੀ ਜਿਨ੍ਹਾਂ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਸਾਰਾ ਪ੍ਰੋਗਰਾਮ ਲਿਖਿਆ ਤੇ ਐਂਡ ਤੇ ਜਿਹੜਾ ਮਤਲਬ ਜਿਹੜੀ ਜਿੱਤ ਹੋਈ ਆ ਉਹ ਸੱਚ ਦੀ ਜਿੱਤ ਹੋਈ ਹੈ। ਤੇ ਬਿਲਕੁਲ ਸੱਚ ਦੀ ਜਿੱਤ ਹੋਈ ਹੈ। ਪਰ ਇਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 32 ਕਿਸਾਨ ਜਥੇਬੰਦੀਆਂ ਤੇ ਫਿਰ ਦੇਸ਼ ਦੀਆਂ 471 ਜਥੇਬੰਦੀਆਂ ਦਾ ਏਕਾ ਤੇ ਇਸ ਅੰਦੋਲਨ ਦੇ ਦੌਰਾਨ ਬਣੀ ਹੋਈ ਜਿਹੜੀ ਭਾਈਚਾਰਕ ਸਾਂਝ ਹੈ, ਉਹਨੇ ਇਹ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ। ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸਦਾ ਜੀ। ਪੰਜਾਬ ਤੋਂ ਜਦੋਂ ਇਹ ਅੰਦੋਲਨ ਚੱਲਿਆ ਤੇ ਜਦੋਂ ਦਿੱਲੀ ਦੀਆਂ ਬਰੂਆਂ ਤੇ ਪਹੁੰਚਿਆ, ਮੈਂ ਤੁਹਾਨੂੰ ਇੱਕੋ ਮਿਸਾਲ ਦੇਣੀ ਆ, ਉਹ ਫਿਰ ਮੈਂ ਬਾਅਦ ਚ UP ਚ ਆਪਾਂ ਚੱਲਾਂਗੇ। ਪੰਜਾਬ ਦੀ ਮਿਸਾਲ ਦੇ ਮੇਰੇ ਮਿੱਤਰ ਨੇ ਮਾਨਸੇ ਤੋਂ, ਤੇ ਉਹ ਕਵੀ ਬੰਦੇ ਨੇ, ਤਨਵੀਰ ਆ ਉਹਨਾਂ ਦਾ ਨਾਮ, ਉਹਨਾਂ ਨੇ ਜਦੋਂ 26 ਨਵੰਬਰ ਨੂੰ ਮੋਰਚਾ ਚੱਲਿਆ ਤੇ ਮਹੀਨਾ ਚੱਲਿਆ, ਦਸੰਬਰ ਦੇ ਅਖੀਰ ਚ ਫੇਸਬੁੱਕ ਤੇ ਇੱਕ ਪੋਸਟ ਪਾਈ। ਉਹ ਪੋਸਟ 'ਚ ਉਹਨਾਂ ਨੇ ਲਿਖਿਆ ਵੀ ਜਿਹੜਾ ਮੇਰਾ ਪਿੰਡ ਹੈ, ਮੇਰੇ ਪਿੰਡ ਤੋਂ ਵੀ 50-100 ਬੰਦੇ ਜਿਹੜੇ ਆ ਉਸ ਅੰਦੋਲਨ ਸ਼ਾਮਲ ਹੋਣ ਗਏ ਆ।
ਉਹਨਾਂ ਨੇ ਮੋਰਚਾ ਆਪਣਾ ਗੱਡ ਲਿਆ ਉੱਥੇ, ਜਿੱਦਾਂ ਪਿੰਡਾਂ ਵਾਲਿਆਂ ਨੇ ਆਪੋ ਆਪਣੇ ਮੋਰਚੇ ਗੱਡ ਲਏ ਵੀ ਆ ਤੁਹਾਡੇ ਪਿੰਡ ਦਾ ਮੋਰਚਾ ਆਇਆ ਜੀ, ਫਲਾਣੇ ਪਿੰਡ ਦਾ ਮੋਰਚਾ ਆਇਆ, ਸਾਡੇ ਪਿੰਡ ਦਾ। ਤੇ ਉਹ ਮਾਨਸੇ ਵਾਲੇ ਉਸ ਜਿਹੜੇ ਕਿਸਾਨ ਸੀਗੇ ਉਹਨਾਂ ਨੇ, ਉਹ ਜਿਹੜਾ ਪਿੰਡ ਸੀ ਉਹਨਾਂ ਨੇ ਵੀ ਆਪਣਾ ਮੋਰਚਾ ਕੱਢ ਲਿਆ ਜੀ। ਉਸ ਮੋਰਚੇ 'ਚ 2 ਭਰਾ ਗਏ ਸੀ, ਸਕੇ ਭਰਾ, ਲੜਦੇ ਸੀਗੇ ਪਿਛਲੇ 20 ਸਾਲ ਤੋਂ ਅਦਾਲਤ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਕੇਸ, ਜ਼ਮੀਨ ਦਾ ਕੇਸ ਚੱਲਦਾ ਸੀ ਜੀ। ਤੁਹਾਨੂੰ ਪਤਾ ਕਿ ਜੱਟ ਵਾਲੀ ਗੱਲ ਇਹ ਹੁੰਦੀ ਆ ਵੀ ਜੱਟ ਤਾਂ ਆਪਣੀ ਵੱਟ ਤੇ ਕਤਲ ਕਰ ਦਿੰਦਾ, ਬਿਲਕੁਲ। ਤੇ ਜਦੋਂ ਜ਼ਮੀਨ ਖੋਣ ਦੀ ਗੱਲ ਸਰਕਾਰ ਨੇ ਕੀਤੀ ਤਾਂ ਉਹ ਕਿੱਦਾਂ ਬਰਦਾਸ਼ਤ ਹੁੰਦੀ। ਸੋ ਦੋਵੇਂ ਭਰਾ ਜਿਹੜੇ ਆ 20 ਸਾਲ ਤੋਂ ਅਦਾਲਤ ਵਿੱਚ ਲੜਦੇ ਸੀਗੇ, ਜ਼ਮੀਨ ਦਾ ਕੇਸ ਸੀ। ਜਦੋਂ ਉੱਥੇ ਪਹੁੰਚ ਗਏ ਦਿੱਲੀ ਸਿੰਘੂ ਬਾਰਡਰ ਤੇ, ਮਹੀਨਾ ਹੋ ਗਿਆ, ਹੁਣ ਰਹਿਣਾ ਤਾਂ ਇੱਕੋ ਥਾਂ ਤੇ ਹੈ, ਭਾਵੇਂ ਲੜਦੇ ਹੋਣ ਪਰ ਮੋਰਚਾ ਜਿਸ ਪਿੰਡ ਦਾ ਉੱਥੇ ਇੱਕੋ ਥਾਂ ਤੇ ਹੈ। ਤੇ ਟਕਾਲਾ ਨੂੰ ਇਕੱਠੇ ਹੋਇਆ ਕਰਨ, ਮੇਲਾ ਮੂਲਾ ਦੇਖ ਕੇ ਕਿਸਾਨਾਂ ਦਾ ਸਾਰਾ ਦਿਨ ਟਕਾਲਾ ਨੂੰ ਇਕੱਠੇ ਹੋ ਕੇ ਬੈਠਿਆ ਕਰਨ ਤੇ ਵਿਚਾਰਾਂ ਕਰਿਆ ਕਰਨ। ਤੇ ਜਦੋਂ ਬਹੁਤ ਅੰਦੋਲਨ ਵੱਡਾ ਹੋ ਗਿਆ, ਮਤਲਬ ਸਾਰੇ ਬਾਰਡਰ ਦੇ ਉੱਤੇ ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚੇ ਜੀ, ਤਾਂ ਫਿਰ ਉਤਸ਼ਾਹਤ ਹੋ ਗਏ ਦੋਨੋਂ ਭਰਾ। ਫਿਰ ਉਹ ਕਿਹਾ ਕਰਨ ਵੀ ਆਪਾਂ ਤਾਂ ਅੰਦੋਲਨ ਜਿੱਤ ਕੇ ਪਿੰਡ ਪਹੁੰਚਣਾ। ਤੇ ਫਿਰ ਜਿਹੜੇ 20 ਸਾਲ ਤੋਂ ਲੜਦੇ ਸੀ, ਛੋਟਾ ਭਰਾ ਆਪਣੇ ਵੱਡੇ ਨੂੰ ਕਹਿਣ ਲੱਗਾ, ਕਹਿੰਦਾ ਵੀ ਭਾਜੀ ਗੱਲ ਆ ਵੀ ਆਪਾਂ ਉੱਥੇ ਪਿੰਡ ਉਲਝੇ ਪਏ ਆ, ਆਪਾਂ ਆਪਣਾ ਜ਼ਮੀਨ ਦਾ ਕੇਸ ਲੜਦੇ 20 ਸਾਲ ਹੋ ਗਏ ਆ ਵੀ ਆਪਾਂ ਨੂੰ ਲੱਗਦਾ ਵੀ ਆਪਾਂ ਅੰਦੋਲਨ ਜਿੱਤ ਕੇ ਜਾਣਾ। ਜਦੋਂ ਜਿੱਤ ਕੇ ਆਪਾਂ ਪਿੰਡ ਗਏ ਆ ਅੰਦੋਲਨ, ਸਭ ਤੋਂ ਪਹਿਲਾ ਕੰਮ ਇਹ ਕਰਨਾ ਵੀ ਮੈਂ ਜਿਹੜਾ ਕੇਸ ਕੀਤਾ ਹੋਇਆ ਤੇਰੇ ਤੇ ਨਾ, ਉਹ ਵਾਪਸ ਲੈ ਲੈਣਾ। ਕੀ ਬਾਤ ਆ। ਹੁਣ ਇਹ ਦੇਖੋ ਕਿੰਨੀ ਵੱਡੀ ਗੱਲ ਹੈ ਵੀ ਇਸ ਅੰਦੋਲਨ ਨੇ ਦੁਸ਼ਮਣੀਆਂ ਖਤਮ ਕਰਤੀਆਂ, ਪਿੰਡਾਂ 'ਚ ਭਾਈਬੰਦੀ ਪੈਦਾ ਕਰਤੀ, ਪਿੰਡਾਂ ਦੇ ਜਿਹੜੇ ਧੜੇ ਬਣੇ ਸੀ ਉਹ ਖਤਮ ਕਰਤੇ। ਤੇ ਇਹਦਾ ਇੱਕ ਐਕਸਟੈਂਸ਼ਨ ਜਿਹੜੀ ਆ ਉੱਤਰ ਪ੍ਰਦੇਸ਼ 'ਚ ਹੋਈ। ਯੂਪੀ ਦੇ ਵਿੱਚ ਕੀ ਹੋਇਆ ਬਈ, ਜਿਹੜੀ ਪਿਛਲੀ ਚੋਣ ਹੋਈ ਸੀ ਯੂਪੀ ਦੇ ਵਿੱਚ, ਜਾਂ ਉਸ ਤੋਂ ਪਿਛਲੀ ਚੋਣ ਜਿਹੜੀ ਯੂਪੀ 'ਚ ਹੋਈ, ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਜਾਟਾਂ ਦਾ ਅੰਦੋਲਨ ਜਿਹਦਾ ਆਪਣੇ ਜੱਟ ਕਹਿੰਦੇ ਕਿਸਾਨ ਨੂੰ, ਉੱਧਰ ਜਾਟ ਹੈ, ਹਰਿਆਣੇ 'ਚ ਵੀ ਜਾਟ ਹੈ ਜੀ, ਉਹਨਾਂ ਦਾ ਅੰਦੋਲਨ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ। ਤੇ ਜਦੋਂ ਅਖਿਲੇਸ਼ ਯਾਦਵ ਦੀ ਸਰਕਾਰ ਸੀ ਪਿਛਲੀ ਤੋਂ ਪਿਛਲੀ, ਤੇ ਉਦੋਂ ਉਹ ਪੱਛਮੀ ਉੱਤਰ ਪ੍ਰਦੇਸ਼ ਵਾਲਾ ਇਲਾਕਾ 110 ਸੀਟਾਂ ਉੱਥੇ ਟੋਟਲ, ਉਹਦੇ ਚੋਂ 38 ਸੀਟਾਂ ਜਿੱਤੀਆਂ ਸੀ ਬੀਜੇਪੀ ਨੇ, ਤੇ ਸਰਕਾਰ ਨਹੀਂ ਸੀ ਬਣਾ ਸਕੀ, ਅਖਿਲੇਸ਼ ਯਾਦਵ ਦੀ ਸਰਕਾਰ ਬਣ ਗਈ। ਉਸ ਤੋਂ ਬਾਅਦ 5 ਸਾਲ ਬੀਜੇਪੀ ਨੇ ਉੱਥੇ ਉਚੇਚ ਕਰਕੇ ਜਾਟਾਂ ਤੇ ਮੁਸਲਮਾਨਾਂ ਦੇ ਵਿੱਚ ਝਗੜੇ ਖੜੇ ਪੈਦਾ ਕਰਤੇ। ਮਤਲਬ ਏਦਾਂ ਦੀ ਹਾਲਾਤ ਉੱਥੇ ਪੈਦਾ ਕਰਤੇ ਵੀ ਉੱਥੇ ਦੰਗੇ ਹੋਣੇ ਸ਼ੁਰੂ ਹੋ ਗਏ। ਮੁਜ਼ੱਫਰਨਗਰ ਦੇ ਵੀ ਦੰਗੇ ਆ। ਇੱਥੇ ਢੋਲ ਵਾਜਦਾ ਸੁਣਦਾ ਹੋਣਾ, ਮੈਂ ਮਾਫੀ ਚਾਹੂੰਗਾ, ਇੱਥੇ ਕੋਈ ਪਤਾ ਨਹੀਂ ਕੋਈ ਫੰਕਸ਼ਨ ਹੈ ਪਿਛਲੇ ਪਾਸੇ, ਉਹ ਸਾਰੀ ਆਵਾਜ਼ ਆ ਰਹੀ ਹੈ। ਤੇ ਅਲਟੀਮੇਟਲੀ ਉੱਥੇ ਬੀਜੇਪੀ ਨੇ ਧਰੁਵੀਕਰਨ ਦੀ ਰਾਜਨੀਤੀ ਖੇਡੀ। ਉਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 18% ਜਾਟ ਹੈ, ਉਹ ਜਾਟ ਪੱਕੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਦੇ ਆਏ ਆ ਜੀ, ਤੇ ਮੁਸਲਮਾਨ ਜਿਹੜੇ ਆ ਉਹ 25% ਹੈ। ਤੇ ਐਡਾ ਫ੍ਰਿਕਸ਼ਨ ਪੈਦਾ ਕਰਤੀ ਜਾਟਾਂ ਤੇ ਮੁਸਲਮਾਨਾਂ ਦੇ ਵਿੱਚ। 18% ਜਿਹੜਾ ਹੈ ਲਗਭਗ ਬੀਜੇਪੀ ਨੂੰ ਪੈ ਗਿਆ, ਤੇ ਪੱਛਮੀ ਉੱਤਰ ਪ੍ਰਦੇਸ਼ 'ਚ 38 ਤੋਂ 85 ਸੀਟਾਂ ਤੇ ਬੀਜੇਪੀ ਪਹੁੰਚ ਗਈ। ਹੁਣ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਹੋਈਆਂ, ਉਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਹੋਇਆ ਕੀ, ਉਹ ਜਿਹੜੀ ਫ੍ਰਿਕਸ਼ਨ ਸੀ ਖਤਮ ਹੋ ਗਈ। ਮੁਸਲਮਾਨ ਤੇ ਜਾਟ ਦੀ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਬਿਲਕੁਲ, ਜਿਹੜੇ ਮਹਾਂ ਪੰਚਾਇਤਾਂ ਹੋਈਆਂ, ਮਹਾਂ ਪੰਚਾਇਤਾਂ 'ਚ ਲੰਗਰ ਜਿਹੜੇ ਆ ਮੁਸਲਮਾਨ ਭਰਾਵਾਂ ਨੇ ਲਾਏ, ਜਿੱਦਾਂ ਕਿ ਸਿੰਘੂ ਬਾਰਡਰ ਤੇ ਵੀ ਮਲੇਰਕੋਟ ਨੇ ਲੰਗਰ ਲਾਇਆ ਸੀ। ਉਹ ਫ੍ਰਿਕਸ਼ਨ ਖਤਮ ਹੋ ਗਈ, ਭਾਈਬੰਦੀ ਇਕੱਠੀ ਹੋ ਗਈ, ਤੇ ਲੋਕ ਇਕੱਠੇ ਹੋ ਗਏ, ਤੇ ਉਹ ਸਾਰੀ ਵੋਟ ਜਿਹੜੀ ਬੀਜੇਪੀ ਦੇ ਖਾਤੇ 'ਚ ਨਿਕਲਦੀ ਦਿਖਾਈ ਦਿੱਤੀ ਹੈ। ਤੇ ਬੀਜੇਪੀ ਉੱਥੇ 85 ਤੋਂ 85 ਤੇ ਆਉਣ ਵਾਲੀ ਕਰਤੀ ਕਿਸਾਨਾਂ ਨੇ ਤੇ ਮੁਸਲਮਾਨਾਂ ਨੇ। ਤਾਂ ਇੱਕ ਪ੍ਰਭਾਵ ਇਹ ਗਿਆ ਵੀ ਇਹ ਤਾਂ ਇਕੱਠੇ ਹੋ ਗਏ ਆ, ਤੇ ਸਾਡਾ ਤਾਂ ਸੂਪੜਾ ਸਾਫ਼ ਹੋ ਜਾਣਾ, ਸਾਡੇ ਭਾਂਡੇ ਮਾਂਜੇ ਜਾਣੇ ਆ। ਇਹ ਵੀ ਇੱਕ ਕਾਰਨ ਬਣਿਆ ਸਾਡੀ ਭਾਈਚਾਰਕ ਏਕਤਾ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਨੂੰ ਮਜਬੂਰ ਕਰ ਗਈ ਵੀ ਜੇ ਤੁਸੀਂ ਹੁਣ ਇਹਨਾਂ ਦੇ ਕਾਨੂੰਨ ਰੱਦ ਨਾ ਕੀਤੇ ਤੇ ਇਹ ਤੁਹਾਨੂੰ ਰੱਦ ਕਰ ਦੇਣਗੇ ਆਉਂਦੀਆਂ ਚੋਣਾਂ ਦੇ ਵਿੱਚ, ਯੂਪੀ ਦੇ ਵਿੱਚ ਵੀ, ਉੱਤਰਾਖੰਡ 'ਚ ਵੀ, ਪੰਜਾਬ 'ਚ ਵੀ, ਗੋਆ 'ਚ ਵੀ ਤੇ ਮਣੀਪੁਰ 'ਚ ਵੀ। ਇਸ ਕਰਕੇ ਇਹ ਵੱਡੀ ਮੰਗ ਮੰਨੀ ਗਈ ਹੈ। ਸੋ ਸਾਡੇ ਅੰਦੋਲਨ ਦੀ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਭਾਈਚਾਰਕ ਏਕਤਾ ਨੂੰ ਜਿਹੜਾ ਇਹਨੇ ਕਾਇਮ ਕੀਤਾ। ਬਿਲਕੁਲ, ਦੇਖੋ ਇਹ ਬਹੁਤ ਵੱਡਾ ਇਹ ਕਦਮ ਹੈਗਾ ਜਿਹੜਾ ਭਾਈਚਾਰਕ ਏਕਤਾ ਜਿਹੜੀ ਸਾਰੇ ਆਲ ਹਿੰਦੁਸਤਾਨ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਥੋੜੀ ਪਿੱਛੇ ਫ੍ਰੈਕਸ਼ਨ ਤੁਹਾਡੇ ਆ ਗਈ ਸੀ, ਕੋਈ ਗੱਲ ਨਹੀਂ, ਵੀ ਓਕੇ। ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚ ਅੱਗੇ ਪੰਜਾਬ ਤੋਂ ਹਰਿਆਣਾ ਜਾਣਾ, ਹਰਿਆਣਾ ਤੋਂ ਰਾਜਸਥਾਨ, ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀਗਾ। ਹੁਣ ਪੰਜਾਬ ਕੀ ਮਤਲਬ ਹਿੰਦੁਸਤਾਨ ਦੇ ਹਰ ਪਾਰਟ ਤੋਂ ਜਿਹੜਾ ਸਾਡਾ ਕਿਸਾਨ ਉੱਥੇ ਵੀਰ ਸਾਡਾ ਇਕੱਠਾ ਹੋਇਆ ਸਿੰਘੂ ਬਾਰਡਰ, ਦਿੱਲੀ ਬਾਰਡਰ ਦੇ ਉੱਤੇ ਆਪਸੀ ਭਾਈਚਾਰਾ ਵਧਿਆ, ਕੋਈ ਸ਼ੱਕ ਨਹੀਂ ਦੇ ਵਿੱਚ। ਸੋ ਇਹ ਵੀ ਕਾਰਨ ਹੋ ਸਕਦਾ ਵੀ ਗੌਰਮੈਂਟ ਦਾ ਝੁਕਣਾ ਪੈਣਾ ਹੀ, ਕਿਉਂਕਿ ਲੋਕ ਜਿਹੜੀ ਆ ਸੰਘਰਸ਼ ਲੋਕ ਤਾਂ ਸਾਹਮਣੇ ਇਹਨਾਂ ਦੇ ਸਰਕਾਰਾਂ ਦਾ
ਕੁਛ ਨਹੀਂ ਬਣਦਾ। ਆਪਾਂ ਅਗਲੀ ਖਬਰ ਤੇ ਜਾਂਦੇ ਹਾਂ ਜੀ। ਜਿਹੜੀ ਆਪਣੀ ਐਮਰਜੈਂਸੀ ਮੀਟਿੰਗ ਬੁਲਾਈ ਜਿਹੜੀ ਕਿਸਾਨ ਮੋਰਚੇ ਦੇ ਆਗੂਆਂ ਨੇ, ਉਹਦੇ ਬਾਰੇ ਕੀ ਖਿਆਲ ਤੁਹਾਡਾ? ਦੇਖੋ 4 ਦਸੰਬਰ ਦੀ ਮੀਟਿੰਗ ਸੀ ਐਸਕੇਐਮ ਦੀ। ਠੀਕ ਹੈ। ਐਸਕੇਐਮ ਜਿਹੜੀ ਸੰਯੁਕਤ ਕਿਸਾਨ ਮੋਰਚਾ, ਜਦੋਂ ਪਿਛਲੀ ਮੀਟਿੰਗ ਹੋਈ ਸੰਯੁਕਤ ਕਿਸਾਨ ਮੋਰਚੇ ਦੀ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਟਰੈਕਟਰ ਮਾਰਚ ਆ ਉਹ ਪੋਸਟਪੋਨ ਕਰਦੇ ਹਾਂ। ਅੱਜ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਰੱਦ ਹੋਏ ਆ ਤੇ ਅੱਜ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਸੀ, ਪਰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਵੀ ਜੇ ਸਰਕਾਰ ਝੁਕਦੀ ਦਿਖਾਈ ਦੇ ਰਹੀ ਹੈ ਤੇ ਆਪਾਂ ਵੀ ਥੋੜਾ ਨਰਮ ਹੋ ਜਾਈਏ। ਉਹਨਾਂ ਨੇ 29 ਮਾਰਚ ਦਾ ਟਰੈਕਟਰ ਮਾਰਚ ਆਪਣਾ ਪੋਸਟਪੋਨ ਕਰਤਾ ਤੇ ਇਹ ਗੱਲ ਕਹੀ ਵੀ ਹੁਣ ਅਸੀਂ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ ਦੇਖਦੇ ਹਾਂ, ਬਿੱਲ ਰੱਦ ਕਰਦੇ ਹਾਂ ਤੇ ਅਸੀਂ ਆਪਣੀ ਨਵੀਂ ਜਿਹੜੀ ਆ ਰਣਨੀਤੀ ਘੜਾਂਗੇ। ਅੱਜ ਜਦੋਂ ਜਿੰਨੇ ਕਾਨੂੰਨ ਰੱਦ ਹੋ ਗਏ ਤੇ ਕਿਸਾਨਾਂ ਨੇ 32 ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਤੇ ਆਪਣੀ ਮੀਟਿੰਗ ਕੀਤੀ ਜੀ। ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਰਕਾਰ ਝੁਕ ਗਈ ਆ, ਕਾਨੂੰਨ ਰੱਦ ਹੋ ਗਏ ਆ, ਵੀ ਐਮਐਸਪੀ ਤੇ ਬਾਕੀ ਜਿਹੜੇ ਮੁੱਦੇ ਉਹਨਾਂ ਤੇ ਵੀ ਚਰਚਾ ਪੋਸੀਬਲ ਆ, ਵੀ ਹੋ ਸਕਦਾ ਵੀ ਸਰਕਾਰ ਉੱਤੇ ਵੀ ਗੱਲ ਛੇਤੀ ਮੰਨੇ। ਇਸ ਕਰਕੇ ਸਾਡੀ ਅਗਲੀ ਰਣਨੀਤੀ ਕੀ ਹੋਣੀ ਆ, 4 ਦਸੰਬਰ ਦੀ ਥਾਂ ਤੇ ਉਹਨਾਂ ਨੇ 1 ਦਸੰਬਰ ਨੂੰ ਮੀਟਿੰਗ ਕਾਲ ਕਰਤੀ। ਠੀਕ ਹੈ ਜੀ। ਯਾਨੀ ਇਹ ਸੰਭਾਵਨਾ ਬਣ ਰਹੀ ਹੈ ਵੀ ਕਿਸਾਨ ਅੰਦੋਲਨ ਚ ਜਿਹੜੇ ਸ਼ਾਮਲ ਜਥੇਬੰਦੀਆਂ ਉਹ ਜੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਦਾ ਕੋਈ ਨਾ ਕੋਈ ਜਿਹੜਾ ਮਾਮਲਾ ਸਰਕਾਰ ਕੋਈ ਕਿਤੇ ਨਾ ਕਿਤੇ ਅਸ਼ੋਰ ਕਰੇ, ਜਿੱਦਾਂ ਪਰਾਲੀ ਵਾਲਾ ਮੁੱਦਾ ਵੀ ਹੱਲ ਹੋ ਗਿਆ। ਪਰਾਲੀ ਵਾਲੇ ਮੁੱਦੇ ਤੇ ਖੇਤੀ ਮੰਤਰੀ ਨੇ ਕਹਿਤਾ ਕਿ ਇਹ ਜਿਹੜਾ ਪਰਾਲੀ ਜਿਹੜਾ ਸਾੜਨਾ ਆ ਇਹ ਹੁਣ ਅਪਰਾਧ ਦੀ ਸ਼੍ਰੇਣੀ ਚ ਨਹੀਂ ਆਉਣਾ। ਏਦਾਂ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਹੈਗੇ ਆ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਜਿਹਦਾ ਮੁੰਡਾ ਫਸਿਆ ਲਖੀਮਪੁਰ ਖੀਰੀ ਦਾ ਜਿਹੜਾ ਹਿੰਸਾ ਹੋਈ ਸੀ, 4 ਕਿਸਾਨ ਇੱਕ ਪੱਤਰਕਾਰ ਜਿਹੜਾ ਆ ਦਰੜ ਕੇ ਮਾਰਤੇ ਸੀ, ਤੇ ਜੇ ਅਜੇ ਮਿਸ਼ਰੇ ਦੀ ਜਿਹੜੀ ਸਸਪੈਂਸ਼ਨ ਹੋ ਜਾਏ ਤੇ ਉਧਰੋਂ ਪਰਾਲੀ ਵਾਲਾ ਜਿਹੜਾ ਮਾਦਾ ਹੈ ਉਹ ਬਿੱਲ ਦੇ ਵਿੱਚੋਂ ਕੱਢ ਦਿੱਤੀ ਜਾਏ ਤੇ ਐਮਐਸਪੀ ਤੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਹੈ ਵੀ ਉਹਦਾ ਕੋਈ ਟਾਈਮ ਬਾਉਂਡ ਉਹਨੂੰ ਕਰ ਦਿੱਤਾ ਜਾਏ ਵੀ 1 ਮਹੀਨੇ 'ਚ ਕਮੇਟੀ ਇੱਥੇ ਫੈਸਲਾ ਲਏਗੀ, ਕਿਉਂਕਿ ਬਾਕੀ ਸਾਰੇ ਮਸਲਿਆਂ ਨਾਲੋਂ ਐਮਐਸਪੀ ਦਾ ਮਸਲਾ ਥੋੜਾ ਪੇਚੀਦਾ ਹੈ ਜੀ। ਤਾਂ ਪੋਸੀਬਿਲਿਟੀ ਹੈ ਕਿ ਕਿਸਾਨ ਜਥੇਬੰਦੀਆਂ ਇਹ ਫੈਸਲਾ ਕਰ ਸਕਦੀਆਂ ਵੀ ਦਿੱਲੀ ਬਾਰਡਰਾਂ ਤੋਂ ਹਟ ਜਾਏਗੀ, ਤਾਂ ਜੋ ਲੋਕਾਂ ਨੂੰ ਜਿਹੜਾ 1 ਸਾਲ ਤੋਂ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਦਾ ਹੱਲ ਹੋ ਜਾਏ। ਅੰਦੋਲਨ ਚੱਲਦਾ ਰਹੇ ਪਰ ਦਿੱਲੀ ਬਾਰਡਰ ਖਾਲੀ ਕਰ ਦਿੱਤੇ ਜਾਣ, ਘਰਾਂ ਨੂੰ ਵਾਪਸੀ ਹੋ ਜਾਏ ਤੇ ਸਟੇਟ ਲੈਵਲ ਦੇ ਅੰਦੋਲਨ ਤੇ ਨੈਸ਼ਨਲ ਲੈਵਲ ਦੇ ਅੰਦੋਲਨ ਜਿਹੜੇ ਆ ਉਸੇ ਤਰੀਕੇ ਨਾਲ ਚੱਲਣ, ਪਰ ਉਹਨਾਂ ਦੀ ਵਿਧੀ ਬਦਲ ਜਾਵੇ ਜੀ। ਏਦਾਂ ਦਾ ਫੈਸਲਾ 1 ਦਸੰਬਰ ਨੂੰ ਹੋ ਸਕਦਾ ਹੈ ਜੀ। ਠੀਕ ਹੈ। ਬਾਕੀ ਜਿਹੜੇ ਹੁਣ ਇਹ 3 ਜਿਹੜੇ ਬਿੱਲ ਤਾਂ ਵਾਪਸ ਲੈ ਲਿਆ, ਹੁਣ ਪਾਰਲੀਮੈਂਟ ਵਿੱਚ 25 ਹੋਰ ਬਿੱਲ ਪੇਸ਼ ਕਰਨ ਜਾਏਗੀ ਜਾ ਰਹੀ ਸਰਕਾਰ। ਕੀ ਇਹ ਜਿਹੜੇ 25 ਹੋਰ ਬਿੱਲ ਕੀ ਇਹ ਦੂਸਰੇ ਦੇ ਜਿਹੜੇ ਬਿੱਲ ਵਾਪਸ ਲਏ ਉਹਨਾਂ ਦਾ ਕੋਈ ਬਦਲ ਤਾਂ ਨਾ ਹੋਊਗਾ? ਨਹੀਂ, ਉਹ ਤਾਂ ਬਿਲਕੁਲ ਨਹੀਂ ਲਿਸਟਡ ਨੇ, ਉਹ ਬਿੱਲ ਵੱਖਰੇ ਵੱਖਰੇ ਹੈਗੇ ਆ। ਦੇਖੋ ਕਿਸਾਨ ਅੰਦੋਲਨ ਨੇ ਇਹ ਤਾਂ ਤੈਅ ਕਰਤਾ ਵੀ ਕੋਈ ਹੁਣ ਇਹ ਸਰਕਾਰ ਦੀ ਇਹ ਹਾਲ ਫਿਲਹਾਲ ਹਿੰਮਤ ਨਹੀਂ ਹੈ ਵੀ ਉਹ ਖੇਤੀ ਸੁਧਾਰ ਕਾਨੂੰਨ ਜਿਹੜੇ ਰੱਦ ਕੀਤੇ ਆ ਉਹਨਾਂ ਨੂੰ ਬਦਲਵੇਂ ਰੂਪ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਇੰਟਰੋਡਿਊਸ ਕਰੇ ਜੀ। ਇਹਦਾ ਭੁੱਲ ਜਾ 2024 ਤੱਕ ਕੁਝ ਨਹੀਂ ਹੋਣ ਵਾਲਾ। ਜੇ ਅਗਲੀ ਸਰਕਾਰ ਬਣ ਜਾਂਦੀ ਆ, ਇਹਨਾਂ ਦੀ ਬਣਦੀ ਕਿਹਦੀ ਬਣਦੀ ਪਤਾ ਨਹੀਂ, ਵੀ ਜੇ ਕੋਈ ਮਜ਼ਬੂਤ ਸਰਕਾਰ ਬਣ ਜਾਂਦੀ ਹੈ ਤੇ ਉਹ ਵੀ ਇਹ ਹੌਸਲਾ ਨਹੀਂ ਕਰੇਗੀ ਵੀ ਮੁੜ ਕੇ ਇਹ ਮਾਮਲਾ ਜਿਹੜਾ ਇਸ ਤਰ੍ਹਾਂ ਦਾ ਲਿਆਂਦਾ ਜਾਏ ਵੀ ਜਿਹੜੇ ਸੁਧਾਰਾਂ ਦੇ ਨਾਂ ਦੇ ਉੱਤੇ ਕਿਸਾਨ ਜਾਂ ਖੇਤੀ ਨੂੰ ਮਾਰਨ ਦਾ ਜਿਹੜਾ ਕੋਈ ਨਾ ਕੋਈ ਨਵਾਂ ਕਾਨੂੰਨ ਬਣਾਇਆ ਜਾਏ। ਇਹਦੇ ਤੇ ਤਾਂ ਗੁਰੇਜ਼ ਕਰੇਗੀ ਸਰਕਾਰ। ਇਹਦੇ 25 ਬਿੱਲ ਇਹਦੇ ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਅਕਸਰ ਅਸਲ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਸਮੇਂ ਦੇ ਨਾਲ ਨਾਲ ਬਦਲਣੀਆਂ ਹੁੰਦੀਆਂ। ਲਿਸਟਡ ਨੇ 25 ਬਿੱਲ, ਉਹਦੇ ਚ ਇਹ ਬਿੱਲ ਵੀ ਹੈਗਾ ਆ, ਬਿਜਲੀ ਅਮੈਂਡਮੈਂਟ ਬਿੱਲ ਜਿਹੜਾ ਆ ਉਹ ਵੀ ਰੱਦ ਕਰਾਉਣ ਦੀ ਗੱਲ ਹੋ ਰਹੀ ਹੈ ਜੀ, ਵੀ ਉਹ ਵੀ ਰੱਦ ਕੀਤਾ ਜਾਏ, ਕਿਸਾਨ ਜਥੇਬੰਦੀ ਦੀ ਮੰਗ ਹੈ। ਫਿਰ ਜਿਹੜਾ ਪੋਲਿਊਸ਼ਨ ਵਾਲਾ ਬਿੱਲ ਹੈ ਉਹ ਵੀ ਆਏਗਾ ਤੇ ਉਹਦੇ ਚ ਜਿਹੜੀ ਉਹ ਮਾਦਾ ਪਰਾਲੀ ਸਾੜਨ ਵਾਲੀ ਉਹ ਖਤਮ ਕਰੇਗੀ ਸਰਕਾਰ, ਜੋ ਉਹਨੇ ਪ੍ਰੋਮਿਸ ਕੀਤਾ ਹੈ। ਏਦਾਂ ਦੇ ਕੁਝ ਹੋਰ ਬਿੱਲ ਨੇ। ਉਹ ਰੈਗੂਲਰ ਜਿਹੜੀ ਐਕਸਰਸਾਈਜ਼ ਹੈ ਜੀ, ਕਿਉਂਕਿ ਜਿਹੜੀ ਲੋਕ ਸਭਾ ਜਾਂ ਰਾਜ ਸਭਾ ਜਾਂ ਵਿਧਾਨ ਸਭਾਵਾਂ ਹੁੰਦੀਆਂ ਉਹ ਹੁੰਦੀਆਂ ਇਸ ਕੰਮ ਲਈ ਹੈ। ਉਹਨਾਂ ਨੇ ਨਵੇਂ ਕਾਨੂੰਨ ਘੜਨੇ ਹੁੰਦੇ ਆ, ਪਿਛਲੇ ਕਾਨੂੰਨਾਂ ਦੇ ਵਿੱਚ ਸੋਧ ਕਰਨੀ ਹੁੰਦੀ ਹੈ। ਸੋ ਪਰ ਜਿਹੜਾ ਖੇਤੀ ਕਾਨੂੰਨ ਹੈ ਉਹਦੇ ਬਦਲ ਦੇ ਤੌਰ ਤੇ ਕੁਝ ਲਿਆਂਦਾ ਜਾਏਗਾ, ਏਦਾਂ ਦੀ ਕਿਸੇ ਵੀ ਕਿਸਮ ਦੀ ਕੋਈ ਵੀ ਪਲਾਨਿੰਗ ਨਹੀਂ ਹੈ ਜੀ। ਠੀਕ ਆ ਜੀ। ਬਾਕੀ ਜਿਹੜੀਆਂ ਆਪਣੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਵੀ ਜੇ ਨਵਜੋਤ ਸਿੰਘ ਸਿੱਧੂ ਖਬਰਾਂ ਵਿੱਚ ਨਾ ਆਉਣ ਤੋਂ ਗੱਲ ਨਹੀਂ ਬਣਦੀ, ਪਰ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਸਾਹਿਬ ਨੂੰ ਲੰਮੇ ਹੱਥੀ ਲਿਆ, ਇਹ ਕੀ ਖਬਰ ਹੈ? ਦੇਖੋ, ਪਹਿਲੀ ਵਾਰ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਥੋੜਾ ਜਿਹਾ ਖੁੱਲ ਕੇ ਕੇਜਰੀਵਾਲ ਦੇ ਖਿਲਾਫ ਬੋਲੇ ਆ।
ਜੀ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਉਹ ਥੋੜਾ ਬਚ ਕੇ ਬੋਲਦੇ ਆ, ਆਪਣੀ ਸਰਕਾਰ ਨੂੰ ਜ਼ਿਆਦਾ ਘੇਰਦੇ ਆ, ਕੇਜਰੀਵਾਲ ਤੇ ਹਮਲਾ ਨਹੀਂ ਕਰਦੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਕੋਈ ਨਾ ਕੋਈ ਉਹਨਾਂ ਦੀ ਆਪੋ ਵਿੱਚ ਹੀ ਕਿਤੇ ਨਾ ਕਿਤੇ ਗੱਲ ਰਲਦੀ ਹੈ ਵੀ ਜੇ ਕੱਲ ਨੂੰ ਕਾਂਗਰਸ ਵਾਲਿਆਂ ਨੇ ਕਿਕ ਆਊਟ ਕਰ ਦਿੱਤਾ ਤੇ ਫਿਰ ਕੇਜਰੀਵਾਲ ਵੱਲ ਰਸਤਾ ਹੈਗਾ। ਕੇਜਰੀਵਾਲ ਵੀ ਸਿਫਤ ਕਰਦੇ ਰਹਿੰਦੇ ਆ ਇਹਦੀ ਸਿੱਧੂ ਦੀ, ਤੇ ਸਿੱਧੂ ਸਾਹਿਬ ਵੀ ਕੇਜਰੀਵਾਲ ਦੇ ਕਈ ਵਾਰੀ ਗੱਲਾਂ ਕਰ ਚੁੱਕੇ ਆ ਵੀ ਜਿੱਥੇ ਉਹ ਚੰਗਾ ਕੰਮ ਕਰਦੇ ਚੰਗਾ ਹੀ ਕੰਮ ਕਰਦੇ ਆ। ਪਰ ਹੁਣ ਪ੍ਰੋਬਲਮ ਬਣ ਗਈ ਹੈ। ਪ੍ਰੋਬਲਮ ਇਹ ਹੈ ਕਿ ਐਜੂਕੇਸ਼ਨ ਦੇ ਇਸ਼ੂ ਦੇ ਉੱਤੇ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ, ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਫਿਰ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਤੇ ਇਧਰੋਂ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਝਗੜਾ ਸ਼ੁਰੂ ਹੋ ਗਿਆ ਪਿਛਲੇ 3 ਦਿਨ ਤੋਂ। ਇੱਕ ਦੂਜੇ ਨੂੰ ਚੈਲੰਜ ਕਰਨ ਲੱਗ ਪਏ ਜੀ, ਤੁਸੀਂ ਆਪਣੇ 10 ਸਕੂਲ ਦਿਖਾ ਦਿਓ ਜੀ ਜਿੱਥੇ ਵਧੀਆ ਕੰਮ ਕੀਤਾ। ਇਹ ਕਹਿਣ ਲੱਗ ਪਏ ਕੇਜਰੀਵਾਲ ਪੰਜਾਬ ਵਾਲਿਆਂ ਨੂੰ, ਤੇ ਪ੍ਰਗਟ ਸਿੰਘ ਕਹਿੰਦੇ 10 ਕਿਉਂ ਦਿਖਾਉਣੇ, 250 ਦਿਖਾਓ, 250 ਦਿਖਾਓ, ਅਸੀਂ ਵੀ 250 ਦਿਖਾ ਦਾਂਗੇ। ਕੱਲ ਮਨੀਸ਼ ਸਿਸੋਦੀਆ ਨੇ ਕਹਿ ਦਿੱਤਾ ਸਾਡੇ ਤਾਂ 1000 ਸਕੂਲ ਜਿਹੜੇ ਆ ਉਹ ਤਾਂ ਮਾਡਲ ਬਣਾਤੇ ਅਸੀਂ, ਪਰ 250 ਦੀ ਮੈਂ ਲਿਸਟ ਜਾਰੀ ਕਰਦਾ, ਜੇ ਦਮ ਹੈ ਤਾਂ ਪ੍ਰਗਟ ਸਿੰਘ ਦੇ ਵਿੱਚ ਤਾਂ ਉਹ ਵੀ 250 ਸਕੂਲਾਂ ਦੀ ਪੰਜਾਬ ਦੀ ਲਿਸਟ ਜਾਰੀ ਕਰ ਦਿਓ, ਦੇਖ ਲੈਂਦੇ ਆ ਕਿਹੜੇ ਸਕੂਲ ਵਧੀਆ। ਇਹ ਜਦੋਂ ਦੋਵਾਂ ਦਾ ਦਿੱਲੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਆਡਾ ਪੈ ਗਿਆ, ਤੇ ਪ੍ਰਗਟ ਸਿੰਘ ਕਿਉਂਕਿ ਕਾਫੀ ਨੇੜਤਾ ਹੈ ਨਵਜੋਤ ਸਿੰਘ ਸਿੱਧੂ ਦੀ, ਤੇ ਪ੍ਰਗਟ ਸਿੰਘ ਦੇ ਹੱਕ ਚ ਅੱਜ ਨਿੱਤਰੇ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਫਿਰ 2-3 ਗੱਲਾਂ ਕਹੀਆਂ ਵੀ ਕੇਜਰੀਵਾਲ ਨੂੰ ਕਿਹਾ ਵੀ ਤੁਸੀਂ ਕਹਿੰਦੇ ਔਰਤਾਂ ਨੂੰ ਤਾਕਤਵਰ ਬਣਾਉਣਾ, ਔਰਤ ਅਧਿਆਪਕ ਜਿਹੜੀਆਂ ਜ਼ਿਆਦਾ ਚਾਹੀਦੀਆਂ, ਏਦਾਂ ਦੀਆਂ ਗੱਲਾਂ ਕਰਦੇ ਹੋ। ਕਹਿੰਦੇ ਵੀ ਤੁਹਾਡੇ ਅੱਜ ਤੱਕ ਦਿੱਲੀ 'ਚ ਇੱਕ ਵੀ ਮੰਤਰੀ ਔਰਤ ਕਿਉਂ ਨਹੀਂ, ਇਹ ਸਵਾਲ ਖੜਾ ਕੀਤਾ ਉਹਨਾਂ ਨੇ ਜੀ। ਨਾਲ ਉਹਨਾਂ ਨੇ ਕਿਹਾ ਕਿ ਤੁਸੀਂ 100,000 ਰੁਪਏ ਦੇ ਲੋਲੀਪੌਪ ਬਣ ਰਿਹਾ ਵੇ, 1000 ਰੁਪਏ ਅਸੀਂ ਔਰਤਾਂ ਦੇ ਖਾਤੇ 'ਚ ਪਾ ਦੇਣੇ, ਵੀ ਤੁਸੀਂ ਔਰਤਾਂ ਨੂੰ ਮਾਨ ਸਨਮਾਨ ਤਾਂ ਕੋਈ ਦਿੰਦੇ ਨਹੀਂ, ਬਿਲਕੁਲ 1000 ਰੁਪਏ ਦੇਣ ਦੇ ਜਿਹੜੇ ਲੋਲੀਪੌਪ ਨਾ ਵੰਡੋ। ਏਦਾਂ ਦੀ ਗੱਲ ਕਹਿ ਕੇ ਇੱਕ ਹਮਲਾ ਬੋਲਿਆ ਉਹਨਾਂ ਨੇ। ਕੇਜਰੀਵਾਲ ਨੇ ਹਾਲੇ ਇਹਦਾ ਕੋਈ ਜਵਾਬ ਨਹੀਂ ਦਿੱਤਾ। ਅਗਲੀ ਖਬਰ ਤੇ ਆਪਾਂ ਜਾਂਦੇ ਹਾਂ। ਬੀਬੀ ਜੰਗੀਰ ਕੌਰ ਤੋਂ ਸੀਟ ਖੋ ਕੇ ਤੇ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਬਣਾ ਦਿੱਤਾ, ਇਹਦੇ ਬਾਰੇ ਕੀ ਅਚਾਨਕ ਖਬਰ ਬਣੀ ਹੈ, ਇਹ ਕੀ ਬਣਿਆ? ਜਨਰਲ ਇਜਲਾਸ ਤਾਂ ਉਹਨਾਂ ਦਾ ਹੋਣਾ ਹੀ ਹੁੰਦਾ, ਉਹ ਟਾਈਮ ਸੀਗਾ ਉਹਨਾਂ ਦਾ ਜਨਰਲ ਇਜਲਾਸ ਹੋਇਆ ਤੇ ਉਹਦੇ ਚ ਤੈਅ ਸੀ, ਕਿਉਂਕਿ ਬੀਬੀ ਜੰਗੀਰ ਕੌਰ ਪਹਿਲਾਂ ਵੀ ਤੁਹਾਨੂੰ ਪਤਾ ਵੀ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਹਾਂਜੀ। ਹੁਣ ਕਿਉਂਕਿ ਉਹਨਾਂ ਨੂੰ ਚੋਣ ਲੜਾਉਣੀ ਸੀ, ਇਸ ਕਰਕੇ ਉਹਨਾਂ ਨੂੰ ਛੁੱਟੀ ਦੇਤੀ ਆ ਵੀ ਤੁਸੀਂ ਹੁਣ ਸ਼੍ਰੋਮਣੀ ਕਮੇਟੀ ਚੋਂ ਬਾਹਰ ਆਓ ਜੀ। ਤੇ ਬਕਾਇਦਾ ਜਿਹੜਾ ਸਮੁੰਦਰੀ ਹਾਲ ਦੇ ਵਿੱਚ ਚੋਣ ਜਿਹੜੀ ਹੋਈ ਹੈ ਜਨਰਲ ਇਜਲਾਸ ਦੇ ਵਿੱਚ, ਉਹ 'ਚ 122 ਵੋਟਾਂ ਪੈ ਗਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ, ਤੇ ਵਿਰੋਧੀਆਂ ਨੇ ਜਿੱਦਾਂ ਮਾਨ ਗਰੁੱਪ ਹੋਇਆ ਹੋਰ ਇਹਨਾਂ ਨੇ ਖੜਾ ਕੀਤਾ ਸੀ ਇੱਕ ਕੈਂਡੀਡੇਟ ਮਿੱਠੂ ਸਿੰਘ ਕਾਨਕੇ, ਉਹਨੂੰ ਸਿਰਫ 19 ਵੋਟਾਂ ਪਈਆਂ, ਤੇ ਬਾਕੀ ਸੀਨੀਅਰ ਮੀਤ ਪ੍ਰਧਾਨ ਰਘਵੀਰ ਸਿੰਘ ਵਿਰਕ ਚੁਣੇ ਗਏ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਚੁਣ ਲਏ, ਤੇ ਜਨਰਲ ਸੈਕਟਰੀ ਵਾਸਤੇ ਕਰਨੈਲ ਸਿੰਘ ਪੰਜੌਲੀ ਜਿਹੜੇ ਆ ਉਹ ਚੁਣੇ ਗਏ। ਤੇ ਬੀਬੀ ਜੰਗੀਰ ਕੌਰ ਨੇ ਇਹ ਮਤਾ ਰੱਖਿਆ ਸੀ ਤੇ ਬੀਬੀ ਜੰਗੀਰ ਕੌਰ ਨੇ ਧੰਨਵਾਦ ਕੀਤਾ ਤੇ ਕਿਹਾ ਵੀ ਜਿਹੜਾ ਮੈਂ ਪ੍ਰਧਾਨ ਰਹੀ ਹੈ ਇਸ ਸਮੇਂ ਜੇ ਮੇਰੇ ਤੋਂ ਕੋਈ ਗਲਤੀਆਂ ਹੋਈਆਂ ਤਾਂ ਮੈਨੂੰ ਮਾਫ ਕਰਿਓ। ਸੋ ਇਹ ਰੂਟੀਨ ਦੀ ਕਾਰਵਾਈ ਸੀ। ਬੀਬੀ ਜੰਗੀਰ ਕੌਰ ਨੂੰ ਹੁਣ ਸ਼੍ਰੋਮਣੀ ਕਮੇਟੀ ਚੋਂ ਬਾਹਰ ਕੱਢ ਕੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਲੈ ਕੇ ਆਉਣਾ ਸੀ, ਇਸ ਕਰਕੇ ਉਹਨਾਂ ਨੂੰ ਉੱਥੋਂ ਵਾਪਸ ਲਿਆ ਗਿਆ। ਹਾਂਜੀ, ਇਹ ਬਸ ਇਹਦੇ ਨਾਲ ਆਪਣੀ ਰਿਲੇਟਡ ਜਿਹੜੀ ਖਬਰ ਚੱਲਦੀ ਹੈਗੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 2 ਉਮੀਦਵਾਰਾਂ ਨੂੰ ਨਿਯੁਕਤ ਕਰ ਦਿੱਤਾ, ਉਹ ਕਿਹੜੇ-ਕਿਹੜੇ ਨੇ? ਇਹ ਇੱਕ ਤਾਂ ਬੀਬੀ ਜੰਗੀਰ ਕੌਰ ਰਹੀ ਹੈ। ਹਾਂਜੀ, ਬੀਬੀ ਜੰਗੀਰ ਕੌਰ ਦਾ ਜੱਦੀ ਪੁਸ਼ਟੀ ਹਲਕਾ ਭਲੱਥ ਹੈ। ਠੀਕ ਹੈ ਜੀ। ਭਲੱਥ ਤੋਂ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ, ਉਧਰੋਂ ਕਹਿ ਲਓ ਵੀ ਵਾਪਸੀ ਕਰਾਈ ਉਹਨਾਂ ਦੀ ਸ਼੍ਰੋਮਣੀ ਕਮੇਟੀ ਤੋਂ, ਤੇ ਇੱਧਰ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਤਾ ਭਲੱਥ ਤੋਂ, ਰੈਗੂਲਰ ਉਹ ਭਲੱਥ ਤੋਂ ਲੜਦੇ ਰਹੇ ਆ। ਠੀਕ ਹੈ। ਤੇ ਦੂਜੀ ਸੀਟ ਦਿੱਤੀ ਆ ਸੁਖਬੀਰ ਬਾਦਲ ਉਹਨਾਂ ਨੇ ਆਪਣੇ ਸਾਲਾ ਸਾਹਿਬ ਨੂੰ, ਬੀਬਾ ਹਰਸਿਮਰਤ ਕੌਰ ਬਾਦਲ ਦੇ ਭਰਾ ਨੂੰ, ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਵਿਧਾਨ ਸਭਾ, ਉਹ ਵੀ ਉਹਦੀ ਪੱਕੀ ਸੀਟ ਹੈ। ਪੱਕੀ, ਹਾਂਜੀ। ਰੂਟੀਨ ਚ ਇਹਨਾਂ ਨੂੰ ਸੀਟਾਂ ਜਾਣੀਆਂ ਸੀ। ਪਰ ਇਹ ਜ਼ਰੂਰ ਹੈ ਕਿ ਸਭ ਤੋਂ ਜ਼ਿਆਦਾ ਉਮੀਦਵਾਰ ਹੁਣ ਤੱਕ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਆਪਣੇ ਐਲਾਨੇ ਆ ਜੀ। ਮਤਲਬ 97 ਸੀਟਾਂ ਜਿਹੜੀਆਂ ਆ ਸਮਝੌਤੇ ਚ ਅਕਾਲੀ ਦਲ ਨੂੰ ਮਿਲੀਆਂ ਸੀਗੀਆਂ, 117 ਚੋਂ 97 20 ਬੀਐਸਪੀ ਨੂੰ ਦਿੱਤੀਆਂ ਬਹੁਜਨ ਸਮਾਜ ਪਾਰਟੀ ਨੂੰ। 97 ਦੇ ਵਿੱਚੋਂ 90 ਕੈਂਡੀਡੇਟ ਆਪਣੇ ਐਲਾਨ ਤੇ, ਸ਼੍ਰੋਮਣੀ ਅਕਾਲੀ ਦਲ ਸਭ ਤੋਂ ਅੱਗੇ ਆ ਆਪਣੇ ਉਮੀਦਵਾਰ ਐਲਾਨਣ ਚ। ਅੱਜ 2 ਹੋਰ ਐਲਾਨ ਤੇ 90 ਹੋ ਗਏ ਆ, 7 ਰਹਿੰਦੇ ਆ ਜੀ।
ਮੈਨੂੰ ਲੱਗਦਾ 7 ਵੀ ਹਫ਼ਤੇ ਦੇ ਵਿੱਚ ਉਹਨਾਂ ਨੇ ਐਲਾਨ ਦੇਣੇ ਆ ਤੇ ਫਿਰ ਉਹ ਆਪਣੀ ਕੰਪੇਨ ਤੇ ਚੜ ਜਾਣਗੇ। ਜਿਹਨੂੰ ਐਲਾਨਿਆ ਜਾ ਰਿਹਾ ਉਹ ਆਪਣੇ ਹਲਕੇ 'ਚ ਕੰਪੇਨ ਸ਼ੁਰੂ ਕਰ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਗੱਲ 'ਚ ਸਭ ਤੋਂ ਅੱਗੇ ਹੈ। ਬਾਕੀ ਹਲੇ ਲੜਾਈ ਝਗੜਿਆਂ 'ਚ ਪਏ ਆ। ਆਮ ਆਦਮੀ ਪਾਰਟੀ ਵਾਲੇ ਇਸੇ ਝਗੜੇ 'ਚ ਪਏ ਆ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇ, ਤੇ ਕਾਂਗਰਸ ਵਾਲੇ ਉਦਾਂ ਹੀ ਝਗੜਦੇ ਰਹਿੰਦੇ। ਰੋਜ਼ ਹੀ ਕੋਈ ਨਾ ਕੋਈ ਆ ਜਾਂਦੀ ਆ ਗੱਲ। ਕਦੇ ਸਿੱਧੂ ਸਾਹਿਬ ਪੈ ਜਾਂਦੇ ਆਪਣੀ ਸਰਕਾਰ ਨੂੰ, ਕਦੇ ਸੁਨੀਲ ਜਾਖੜ ਸਿੱਧੂ ਨੂੰ ਪੈ ਜਾਂਦੇ ਆ ਜੀ। ਸੋ ਬਾਕੀ ਪਾਰਟੀਆਂ ਜਿਹੜੀਆਂ ਹਾਲੇ ਬਹੁਤ ਪਿੱਛੇ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਇੱਕ ਐਜ ਮਿਲ ਸਕਦਾ ਵੀ ਉਹਨੇ ਸਭ ਤੋਂ ਪਹਿਲਾਂ ਆਪਣੇ ਕੈਂਡੀਡੇਟ ਐਲਾਨ ਤੇ ਆ ਜੀ। ਬੇਸਿਕਲੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਪੱਕੇ ਉਮੀਦਵਾਰ ਆ ਜਿਹੜੇ ਐਵਰੇਜ ਹਰ ਸਾਲ ਜਿਹੜੇ ਹਰ ਟਰਮ ਤੇ ਆਉਂਦੇ ਹੈਗੇ ਆ। ਇਹਦੇ ਨਾਲ ਦੀ ਇੱਕ ਲਿਸ਼ਕ ਖਬਰ ਹੈਗੀ ਆ ਜੁੜਦੀ, ਜੇ ਕਿ ਪੰਜਾਬੀ ਦੀ ਕਹਾਵਤ ਹੈਗੀ ਆ ਵੀ ਨੈ ਨੰਗੀ ਤੇ ਖਵਾਜਾ ਵਿਸਰਿਆ। ਅਕਾਲੀ ਦਲ ਦੇ ਨਾਲ ਜਿਹੜੀ ਭਾਜਪਾ ਦਾ ਪਹਿਲਾਂ ਗੱਠਜੋੜ ਹੁੰਦਾ ਸੀਗਾ, ਹੁਣ ਭਾਜਪਾ ਵਾਲਿਆਂ ਨੇ ਇਹ ਗੱਲ ਕੀ ਕਹਿਤੀ ਵੀ ਸਾਡੀ ਕੋਈ ਮਜਬੂਰੀ ਸੀਗੀ ਵੀ ਜਿਹੜੀ ਅਸੀਂ ਅਕਾਲੀ ਦਲ ਦੇ ਨਾਲ ਪਹਿਲਾਂ ਗੱਠਜੋੜ ਕੀਤਾ। ਇਹਦੇ ਬਾਰੇ ਕੀ ਖਬਰ ਤੁਹਾਡੀ? ਦੇਖੋ, ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਹਾਲ ਫਿਲਹਾਲ ਵੀ ਭਾਵੇਂ ਤਿੰਨੇ ਖੇਤੀ ਕਾਨੂੰਨ ਰੱਦ ਵੀ ਕਰਦੇ ਹੈ, ਉਹਦੇ ਬਾਵਜੂਦ ਹਾਲ ਫਿਲਹਾਲ ਵੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਪੈਰ ਧਰਾਵਾ ਬਹੁਤ ਮੁਸ਼ਕਲ ਹੈ। ਬਿਲਕੁਲ, ਲੋਕ ਉਹਨਾਂ ਨੂੰ ਮਤਲਬ ਇੱਕ ਹੇਟ ਵੇਵ ਬਣ ਗਈ ਹੈ ਪੰਜਾਬ 'ਚ। ਹੇਟ ਵੇਵ, ਨਫ਼ਰਤ ਦੀ ਇੱਕ ਲਹਿਰ ਜਿਹੜੀ ਆ ਬੀਜੇਪੀ ਪ੍ਰਤੀ ਹੈ ਇੱਥੇ ਸਾਡੇ। ਪਰ ਉਹ ਯਤਨ ਕਰਦੇ ਆ, ਜਿਵੇਂ ਕਈ ਵਾਰੀ ਸਵਾਲ ਪੁੱਛਦੇ ਆ ਲੋਕ ਉਹਨਾਂ ਨੂੰ। ਅਸ਼ਵਨੀ ਸ਼ਰਮਾ ਜਿਹੜੇ ਆ ਉਹ ਅੱਜ ਲੁਧਿਆਣੇ ਆਏ ਜੀ, ਜਿਹੜੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ। ਉਹਨਾਂ ਨੂੰ ਪੁੱਛਿਆ ਗਿਆ ਵੀ ਹਾਂ ਬਈ ਅਕਾਲੀਆਂ ਨਾਲ ਫੇਰ ਗੱਠਜੋੜ ਕਰਨਾ? ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ। ਇਹ ਅਕਾਲੀਆਂ ਨਾਲ ਜਿਹੜਾ ਸਾਡਾ ਪਹਿਲਾ ਗੱਠਜੋੜ ਸੀ ਉਹ ਵੀ ਮਜਬੂਰੀ ਦਾ ਸੀ ਜੀ, ਸਾਨੂੰ ਘਾਟੇ ਦਾ ਸੌਦਾ ਰਿਹਾ ਤੇ ਸਾਨੂੰ ਸੀਟਾਂ ਹੀ ਬਹੁਤ ਘੱਟ ਦਿੰਦੇ ਸੀ। 2 ਦਿਨ ਪਹਿਲਾਂ 4 ਦਿਨ ਪਹਿਲਾਂ ਦੁਸ਼ਯੰਤ ਕੁਮਾਰ ਹੈਗਾ ਜਿਹੜਾ ਪੰਜਾਬ ਦਾ ਬੀਜੇਪੀ ਦਾ ਇੰਚਾਰਜ ਲਾਇਆ, ਉਹਨੇ ਇੱਕ ਬਿਆਨ ਦਿੱਤਾ ਸੀ। ਉਹ ਕਹਿੰਦਾ ਸੀ ਅਸੀਂ ਅਕਾਲੀਆਂ ਨਾਲ ਸਮਝੌਤਾ ਕਰਨ ਨੂੰ ਤਿਆਰ ਹਾਂ, ਪਰ ਹੁਣ ਅਸੀਂ ਛੋਟੇ ਭਰਾ ਬਣ ਕੇ ਨਹੀਂ ਰਹਿਣਾ, ਵੱਡੇ ਭਰਾ ਬਣਾਂਗੇ। ਅਕਾਲੀਆਂ ਨੂੰ ਛੋਟੇ ਭਰਾ ਬਣਨਾ ਪੈਣਾ। ਜਾਣੀ ਉਹ 117 ਦੇ ਵਿੱਚੋਂ 59 ਸੀਟਾਂ ਚਾਹੁੰਦੇ ਆ ਜੀ। ਇਹ ਕਿੱਥੋਂ ਅਕਾਲੀ ਮੰਨਣਗੇ? ਮੁਸ਼ਕਲ ਹੈ। ਅਕਾਲੀਆਂ ਨੇ ਆਪਣੀ ਕੰਪੇਨ ਸ਼ੁਰੂ ਕਰਤੀ। ਸੋ ਅੱਜ ਅਸ਼ਵਨੀ ਸ਼ਰਮਾ ਨੇ ਕਹਿ ਦਿੱਤਾ ਵੀ ਕੋਈ ਸਮਝੌਤਾ ਨਹੀਂ ਅਕਾਲੀਆਂ ਨਾਲ, ਅਸੀਂ ਇਕੱਲੇ ਹੀ ਲੜਾਂਗੇ। ਤੇ ਇਕੱਲੇ ਕਹਿੰਦੇ ਮੇਰੀ ਤਾਂ ਡਿਊਟੀ ਆ, ਇਕੱਲੇ ਲੜਾਂਗੇ 117 ਹਲਕਿਆਂ ਤੇ 117 ਹਲਕਿਆਂ ਤੇ ਮੇਰੀ ਡਿਊਟੀ ਆ, ਅਸੀਂ ਜਿੱਤਾਂਗੇ। ਉਹਦੇ ਫਜ਼ੂਲ ਜਿਹੀ ਦੀ ਗੱਲ ਹੈ। ਉਹਨਾਂ ਨੂੰ ਕੈਪਟਨ ਅਮਰਿੰਦਰ ਬਾਰੇ ਵੀ ਪੁੱਛਿਆ ਵੀ ਉਹਨਾਂ ਨਾਲ ਸਮਝੌਤਾ, ਉਹਦਾ ਕੋਈ ਜਵਾਬ ਨਹੀਂ ਦਿੱਤਾ, ਗੋਲ-ਮੋਲ ਜਵਾਬ ਦੇ ਗਏ। ਪਰ ਇਹ ਗੱਲ ਤੈਅ ਆ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਅਸ਼ਵਨੀ ਸ਼ਰਮਾ, ਭਾਵੇਂ ਕਹੀ ਜਾਵੇ ਇਕੱਲੇ ਲੜਾਂਗੇ 117 ਹਲਕਿਆਂ ਤੇ, ਲੜਨਾ ਉਹਨਾਂ ਨੇ ਰਲ ਕੇ ਹੀ ਆ। ਤੇ ਹਾਲ ਫਿਲਹਾਲ ਅਕਾਲੀਆਂ ਨਾਲ ਭਾਵੇਂ ਸਮਝੌਤਾ ਨਾ ਹੋਵੇ, ਚੋਣਾਂ ਤੋਂ ਬਾਅਦ ਇਹਨਾਂ ਅਕਾਲੀਆਂ ਨਾਲ ਫਿਰ ਉਹਨਾਂ ਦਾ ਸਮਝੌਤਾ ਹੋਣਾ। ਇਹ ਅਕਾਲੀ ਦਲ ਜਿਹੜਾ ਉਹ ਵੀ ਚਾਹੁੰਦਾ ਆ, ਬੀਜੇਪੀ ਵੀ ਚਾਹੁੰਦੀ ਹੈ, ਪਰ ਹਾਲ ਫਿਲਹਾਲ ਉਹਨਾਂ ਦਾ ਸਮਝੌਤਾ ਜੇ ਕਿਸੇ ਨਾਲ ਸਿੱਧੇ ਤੌਰ ਤੇ ਹੋਣਾ ਹੈ ਤਾਂ ਉਹ ਕੈਪਟਨ ਅਮਰਿੰਦਰ ਦੀ ਨਵੀਂ ਬਣਨ ਵਾਲੀ ਪਾਰਟੀ ਨਾਲ ਹੋਣਾ ਹੈ ਜੀ। ਇਹ ਕੋਈ ਪਤਾ ਨਹੀਂ ਜੀ ਕੱਲ ਦੇ ਕੀ ਖਬਰ ਹੋਣੀ ਆ। ਇਹ ਵੀ ਹੋ ਸਕਦਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਭਾਜਪਾ ਦਾ ਪ੍ਰਧਾਨ ਨਾ ਬਣਾ ਦੇਣ ਪੰਜਾਬ ਤੋਂ। ਬਾਕੀ ਕੈਪਟਨ ਸਾਹਿਬ ਵੀ ਗੱਲ ਸਹੀ ਹੈਗੀ ਆ ਵੀ ਉਹ ਬੜੀ ਭੱਜ ਦੌੜ ਕਰ ਰਹੇ ਹੈਗੇ ਆ। ਉਹ ਹੁਣ ਖੱਟੜ ਸਾਹਿਬ ਨੂੰ ਵੀ ਮਿਲੇ ਹੈਗੇ ਆ, ਤੇ ਇਹਦੇ ਬਾਰੇ ਕੀ ਖਬਰ ਆ ਵੀ ਉਹ ਮੇਰੇ ਖਿਆਲ ਉਹ ਆਪਣੀ ਪਾਰਟੀ ਨੂੰ ਗੱਠਜੋੜ ਕਰਨ ਦੀ ਆ ਜਾਂ ਉਹਨਾਂ ਨਾਲ ਸਮਝੌਤਾ ਕਰਨ ਦੀ ਕੋਈ ਗੱਲਬਾਤ ਚੱਲ ਰਹੀ ਆ? ਕੀ ਖਬਰ ਹੈ ਇਹਦੇ ਬਾਰੇ? ਉਹ ਤਾਂ ਕਹਿੰਦੇ ਕੈਪਟਨ ਅਮਰਿੰਦਰ ਤਾਂ ਕਹਿੰਦੇ ਮੈਂ ਤਾਂ ਕਾਫੀ ਪੀਣ ਗਿਆ ਸੀ। ਕੀ ਬਾਤ ਆ। ਪਰ ਕੈਪਟਨ ਵਿਦ ਕਾਫੀ ਵਾਲਾ ਕੰਮ ਮੁੱਕ ਚੁੱਕਾ ਪੰਜਾਬ, ਸਾਨੂੰ ਵੀ ਪਤਾ। ਹਾਂ, ਪਿਛਲੀ ਇਲੈਕਸ਼ਨ ਕੈਪਟਨ ਅਮਰਿੰਦਰ ਨੇ ਜਿਹੜੀ ਲੜੀ ਸੀ ਉਹਦੇ ਸਲੋਗਨ ਸੀਗੇ ਪ੍ਰਸ਼ਾਂਤ ਕਿਸ਼ੋਰ ਨੇ ਬਣਾ ਕੇ ਦਿੱਤੇ, ਕਾਫੀ ਵਿਦ ਕੈਪਟਨ। ਅੱਜ ਪੰਜਾਬ ਦੇ ਵਿੱਚ ਕੋਈ ਬਹੁਤਾ ਐਡਾ ਵੱਡਾ ਲੀਡਰ ਨਹੀਂ ਹੈ ਕੋਈ ਜਿਹੜਾ ਕੈਪਟਨ ਅਮਰਿੰਦਰ ਨਾਲ ਕਾਫੀ ਪੀਣੀ ਚਾਹਵੇ, ਕਿਉਂਕਿ 4.5 ਸਾਲ ਕੀਤਾ ਹੀ ਕੱਖ ਨਹੀਂ। ਐਗਜ਼ੈਕਟਲੀ। ਪਰ ਉਹਨਾਂ ਦੀ ਮਜਬੂਰੀ ਆ, ਨਵੀਂ ਪਾਰਟੀ ਬਣਾਉਣੀ ਆ। ਬਾਰ-ਬਾਰ ਬੀਜੇਪੀ ਦਾ ਨਾਂ ਲੈ ਚੁੱਕੇ ਆ, ਨਰਿੰਦਰ ਮੋਦੀ ਬਾਰੇ ਵੀ ਕਹਿ ਚੁੱਕੇ ਆ ਵੀ ਮੈਂ ਨਰਿੰਦਰ ਮੋਦੀ ਲਈ ਜਾਂ ਬੀਜੇਪੀ ਲਈ ਪ੍ਰਚਾਰ ਕਰੂ ਯੂਪੀ 'ਚ ਜਾ ਕੇ ਵੀ ਤੇ ਉੱਤਰਾਖੰਡ 'ਚ ਵੀ, ਜਿੱਥੇ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਰਹਿੰਦਾ। ਨਾਲ ਉਹਨਾਂ ਨੇ ਕਿਹਾ ਸੀ ਵੀ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਇਲੈਕਸ਼ਨ ਕੰਪੇਨ ਦੇ ਵਿੱਚ ਵੀ ਨਰਿੰਦਰ ਮੋਦੀ ਪਟਿਆਲੇ ਆਉਣ, ਪਰ ਬੀਜੇਪੀ ਵੱਲੋਂ ਰਿਸਪੌਂਸ ਕੋਈ ਨਹੀਂ। ਪਰ ਅਲਟੀਮੇਟਲੀ ਬੀਜੇਪੀ ਨੇ ਜਾਣਾ ਕੈਪਟਨ ਦੇ ਨਾਲ ਹੀ ਆ, ਭਾਵੇਂ ਉਹ ਗੱਠਜੋੜ ਹੋਵੇ, ਭਾਵੇਂ ਕੋਈ ਸੀਟਾਂ ਦੀ ਜਿਹੜੀ ਸ਼ੇਅਰਿੰਗ ਹੋਵੇ। ਪਰ ਅੱਜ ਉਹਨਾਂ ਦਾ ਮਨੋਹਰ ਲਾਲ ਖੱਟੜ ਦੇ ਘਰ ਜਾ ਕੇ ਮਿਲਣਾ, ਅੱਧਾ ਘੰਟਾ ਮੁਲਾਕਾਤ ਹੋਈ। ਉਹਨੇ ਇਹ ਦੱਸ ਦਿੱਤਾ ਕਿ ਸ਼ਾਇਦ ਉਹ ਤਲਖੀ ਜਿਹੜੀ ਮਨੋਹਰ ਲਾਲ ਖੱਟੜ ਦੇ ਨਾਲ ਕੈਪਟਨ ਅਮਰਿੰਦਰ ਦੀ ਸੀ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਸੀ, ਹਰਿਆਣੇ 'ਚ ਮਨੋਹਰ ਲਾਲ ਖੱਟੜ ਦੀ ਬੀਜੇਪੀ ਦੀ। ਜਦੋਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀਗੇ ਕੈਪਟਨ ਅਮਰਿੰਦਰ ਤੇ ਟਕਰਾਅ ਪੈਦਾ ਹੁੰਦਾ ਸੀ, ਤਲਖੀ ਪੈਦਾ ਹੁੰਦੀ ਸੀ ਮਨੋਹਰ ਲਾਲ ਖੱਟੜ ਨਾਲ।
ਅੱਜ ਉਹਨਾਂ ਨੇ ਉਹ ਤਲਖੀ ਧੋਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੇਰੇ ਦਾ ਮਤਲਬ ਇਹ ਆ, ਖਬਰਾਂ ਆਈਆਂ ਕਿ ਕਿਸਾਨ ਅੰਦੋਲਨ ਤੋਂ ਬਾਅਦ ਬਿੱਲ ਰੱਦ ਹੋ ਗਿਆ, ਹੁਣ ਕੀ ਕਰਨਾ ਤੇ ਪੰਜਾਬ 'ਚ ਚੋਣਾਂ ਕਿੱਦਾਂ ਲੜਨੀਆਂ ਜੀ, ਇਹ ਚਰਚਾ ਚੁਰਚਾ ਹੋਈ ਹੈ ਜੋ ਸਾਡੀ ਖਬਰ ਹੈ। ਤੇ ਇਹਦਾ ਮਤਲਬ ਹੈ ਕਿ ਭਵਿੱਖ ਦੇ ਵਿੱਚ ਅਸੀਂ ਦੇਖਾਂਗੇ ਵੀ ਕੈਪਟਨ ਅਮਰਿੰਦਰ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕਮਲ ਆਪਣੇ ਕੋਟ ਤੇ ਸਜਾਣਗੇ। ਬਿਲਕੁਲ, ਭਾਰਤੀ ਜਨਤਾ ਪਾਰਟੀ ਕੈਪਟਨ ਦੀ ਬੇੜੀ ਸਵਾਰ ਹੋਏਗੀ ਪੰਜਾਬ 'ਚ, ਤੇ ਕੈਪਟਨ ਜਿਹੜੇ ਆ ਦਿੱਲੀ ਤੱਕ ਬੀਜੇਪੀ ਦੀ ਬੇੜੀ ਸਵਾਰ ਹੁੰਦੇ ਦਿਖਾਈ ਦੇਣਗੇ ਜੀ। ਦੇਖੋ ਸਿਆਸਤ ਹੈਗੀ ਜੀ, ਇਹ 'ਚ ਕੁਝ ਵੀ ਹੋ ਸਕਦਾ ਹੈਗਾ, ਤੇ ਇਹ ਬਹੁਤ ਪੰਜਾਬ ਦੇ ਲੋਕਾਂ ਲਈ ਬਹੁਤ ਇਹ ਮਤਲਬ ਨਮੋਸ਼ੀ ਹੋਊਗੀ ਜੇ ਕੈਪਟਨ ਸਾਹਿਬ ਇਸ ਤਰ੍ਹਾਂ ਲੈ ਕੇ ਵਿਚਰਨਗੇ ਸਾਡੇ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ। ਅੱਗੇ ਆਪਾਂ ਖਬਰ ਵਧਦੇ ਹੈਗੇ ਆ, ਜਿਹੜਾ ਕਿ ਕਰੋਨਾ ਤੇ ਜਿਹੜਾ ਨਵਾਂ ਵਾਇਰਸ ਜਿਹੜਾ ਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਡਰ ਦਾ ਬਣਿਆ ਪਿਆ, ਹਊਆ ਬਣਿਆ ਪਿਆ, ਇਹਦੇ ਬਾਰੇ ਕੀ ਲੇਟੈਸਟ ਖਬਰ ਹੈ ਹਿੰਦੁਸਤਾਨ, ਪੰਜਾਬ ਦੇ ਵਿੱਚ ਜਾਂ ਅੰਤਰਰਾਸ਼ਟਰੀ ਖਬਰਾਂ ਵਿੱਚ, ਏਰੀਆ ਵਿੱਚ? ਹਿੰਦੁਸਤਾਨ 'ਚ ਓਮਿਕਰੋਨ ਇਹਦਾ ਨਾਮ ਹੈ, ਨਵਾਂ ਵੇਰੀਐਂਟ ਜਿਹੜਾ ਓਮਿਕਰੋਨ। ਠੀਕ ਹੈ ਜੀ। ਹਿੰਦੁਸਤਾਨ 'ਚ ਹਾਲੇ ਇਹਦੀ ਆਮਦ ਨਹੀਂ ਦੱਸੀ ਗਈ, ਪਰ 13 ਮੁਲਕਾਂ ਤੱਕ ਇਹਦੀ ਅਪਰੋਚ ਹੋ ਗਈ ਹੈ ਜੀ। 13 ਮੁਲਕ ਹੈਗੇ ਆ, ਹਾਂਗਕਾਂਗ, ਬਰਤਾਨੀਆ ਯਾਨੀ ਇੰਗਲੈਂਡ, ਜਰਮਨੀ, ਨੀਦਰਲੈਂਡ ਜਿਹਨੂੰ ਹਾਲੈਂਡ ਵੀ ਕਹਿੰਦੇ ਆ ਜੀ, ਡੈਨਮਾਰਕ, ਬੈਲਜੀਅਮ, ਇਜ਼ਰਾਈਲ, ਚੈਕ ਰਿਪਬਲਿਕ, ਆਸਟ੍ਰੇਲੀਆ, ਪੁਰਤਗਾਲ ਤੇ ਤੁਹਾਡਾ ਮੁਲਕ ਕੈਨੇਡਾ। ਸਾਡੇ ਵੀ 2 ਕੇਸ ਪਾਏ ਗਏ ਇੱਥੇ। ਹਾਂ, ਬਸ ਇਹ 13 ਮੁਲਕਾਂ ਤੱਕ ਇਹਦੀ ਅਪਰੋਚ ਹੋ ਗਈ ਹੈ। WHO ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਉਹਨੇ ਇੱਕ ਥੋੜੀ ਜਿਹੀ ਅਲਰਟ ਜਾਰੀ ਕੀਤਾ ਹੈ ਵੀ ਇਹ ਜਿਹੜਾ ਨਵਾਂ ਵੇਰੀਐਂਟ ਹੈ ਜੀ, ਇਹ ਦੁਨੀਆ ਵਾਸਤੇ ਵੱਡਾ ਖਤਰਾ ਬਣ ਸਕਦਾ ਹੈ। ਹਾਲੇ ਇਹਦੇ ਬਾਰੇ ਕਲੈਰਿਟੀ ਨਹੀਂ ਹੈ ਵੀ ਇਹ ਵੇਰੀਐਂਟ ਜਿਹੜਾ ਆ ਕਿੰਨਾ ਤੇਜ਼ੀ ਨਾਲ ਫੈਲੇਗਾ, ਕਿੰਨੇ ਕਿਹਦੇ ਨਤੀਜੇ ਖਤਰਨਾਕ ਹੋਣਗੇ, ਪਰ ਕਿਹਾ ਜਾ ਰਿਹਾ WHO ਵੱਲੋਂ ਵੀ ਇਹ ਖਤਰਾ ਬਣ ਸਕਦਾ ਹੈ। ਸੋ ਇਹਦੇ ਤੇ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਦੀ ਜ਼ਰੂਰਤ ਹੈ, ਇਸ ਵੇਰੀਐਂਟ ਨੂੰ ਹਾਲੇ ਸਮਝਣ ਦੀ ਜ਼ਰੂਰਤ ਹੈ। ਸੋ ਮੈਨੂੰ ਲੱਗਦਾ WHO ਇਹਦੇ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਵੀਆਂ ਜਾਣਕਾਰੀਆਂ ਸਾਰੇ ਸੰਸਾਰ ਨਾਲ ਸਾਂਝੀਆਂ ਕਰੇਗਾ, ਪਰ ਇੱਕ ਖਤਰਾ, ਇੱਕ ਦਹਿਸ਼ਤ ਸਟੇਟ ਤੋਂ ਇਹਦੇ ਨਾਲ ਫੈਲੀ ਹੈ। ਜਿੱਥੇ ਤੱਕ ਭਾਰਤ ਦੀ ਗੱਲ ਹੈ ਤੇ ਭਾਰਤ ਦੇ ਵਿੱਚ ਇਹ ਵੇਰੀਐਂਟ ਤਾਂ ਨਹੀਂ ਹਾਲੇ ਦੱਸਿਆ, ਪਰ ਬ੍ਰਿੰਦਾਵਨ ਤੋਂ ਖਬਰ ਆਈ ਹੈ ਜੀ, ਮਥੁਰਾ ਦੇ ਵਿੱਚ ਜਿਹੜਾ ਬ੍ਰਿੰਦਾਵਨ ਹੈ, ਉੱਥੇ ਤੀਜੇ ਦਿਨ ਇੱਕ ਹੋਰ ਜਿਹੜੀ ਆ ਫੋਰਨ ਸੈਲਾਨੀ ਸੀਗੀ ਔਰਤ ਜੀ, ਕੋਵਿਡ ਪੋਜ਼ਿਟਿਵ ਪਾਈ ਗਈ ਆ, ਰੂਸ ਤੋਂ ਆਈ ਸੀ ਉਹ। ਤੇ ਸ਼ੁੱਕਰਵਾਰ ਨੂੰ ਵੀ ਇੱਕ ਵਿਦੇਸ਼ੀ ਜਿਹੜਾ ਸੈਲਾਨੀ ਸੀ ਉਹਨੂੰ ਕਰੋਨਾ ਦੀ ਪੁਸ਼ਟੀ ਹੋਈ, ਐਤਵਾਰ ਨੂੰ 2 ਹੋਈ, ਅੱਜ 1 ਹੋਈ ਹੈ, ਤੇ ਇੱਕ ਉੱਥੇ ਲੋਕਲ ਨੌਜਵਾਨ ਪੋਜ਼ਿਟਿਵ ਆਇਆ। ਸੋ ਕਿਤੇ ਨਾ ਕਿਤੇ ਇੱਕ ਭਾਰਤ ਦੇ ਵਿੱਚ ਵੀ ਦੁਬਾਰਾ 3rd ਵੇਵ ਜਿਹੜੀ ਹੈ ਕਰੋਨਾ ਵਾਇਰਸ ਦੀ, ਉਹ 'ਚ ਨਵਾਂ ਵੇਰੀਐਂਟ ਨਹੀਂ ਹੈ, ਪੁਰਾਣਾ ਹੀ ਹੈ ਜੀ, ਉਹਦੀ ਇੱਕ ਖਦਸ਼ਾ ਜਾਂ ਸ਼ੰਕਾ ਜਿਹੜਾ ਉਹ ਦਿਖਾਈ ਦੇ ਰਿਹਾ। ਸੋ ਭਾਰਤ ਸਰਕਾਰ ਵੱਲੋਂ ਕੁਝ ਪ੍ਰੀਕਾਸ਼ਨਸ ਵੀ ਜਿਹੜੀਆਂ ਜਾਰੀ ਕੀਤੀਆਂ ਗਈਆਂ, ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ, ਫਿਰ ਤੋਂ ਚੌਕਸੀ ਵਰਤਣ ਦੀ ਗੱਲ ਕਹੀ ਜਾ ਰਹੀ ਜੀ। ਯਾ ਸਾਡਾ ਵੀ ਸਾਨੂੰ ਹਮੇਸ਼ਾ ਸਾਰੀ ਕਮਿਊਨਿਟੀ ਨੂੰ, ਹਰ ਇੱਕ ਵਰਡ ਵਿੱਚ, ਹਰ ਜਿੱਥੇ ਬੰਦਾ ਕਿ ਸਾਡਾ ਪ੍ਰੋਗਰਾਮ ਸੁਣਦਾ ਹੈਗਾ, ਗੁਜ਼ਾਰਿਸ਼ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਆ ਕਿ ਇਹਨਾਂ ਤੋਂ ਬਚਿਆ ਜਾਵੇ। ਜਿਹੜੇ ਪ੍ਰੀਕਾਸ਼ਨਸ ਹੈਗੇ ਆ ਕਰੋਨਾ ਬਾਰੇ, ਜੇ ਹੋਰ ਇਹਨਾਂ ਨੂੰ ਮੱਦੇ ਨਜ਼ਰ ਰੱਖਿਆ ਜਾਵੇ, ਕਿਉਂਕਿ ਇਹ ਸਾਡੇ ਲਈ ਨਹੀਂ, ਸਾਡੀ ਕਮਿਊਨਿਟੀ ਲਈ, ਹਰ ਇੱਕ ਬੰਦੇ ਲਈ ਇੱਕ ਖਤਰਾ ਬਣ ਸਕਦਾ ਹੈਗਾ। ਦੋਸਾਂਝ ਸਾਹਿਬ, ਕੋਈ ਹੋਰ ਕੁਝ ਅਪਡੇਟ ਕਰਨੀ ਚਾਹੁੰਦੇ ਹੋ ਲਾਸਟ ਵਿੱਚ? ਬਿਲਕੁਲ, ਤਾਜ਼ੀ ਖਬਰ ਇਹੀ ਹੈ ਕਿ ਜਦੋਂ ਮਿਲ ਕੇ ਆਏ ਨੇ ਕੈਪਟਨ ਅਮਰਿੰਦਰ ਮਨੋਹਰ ਖੱਟਰ ਨੂੰ ਜੀ, ਤੇ ਉਹਨਾਂ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲ ਕੀਤੀ ਹੈ, ਤੇ ਹੁਣੇ ਖਬਰ ਆ ਰਹੀ ਸੀ ਕੈਪਟਨ ਅਮਰਿੰਦਰ ਨੇ ਵੱਡਾ ਇੱਕ ਦਾਅਵਾ ਕਰਤਾ ਉਹਨਾਂ ਨੇ। ਉਹ ਕਹਿੰਦੇ 2022 ਜਿਹੜੀ ਆ ਚੋਣਾਂ ਹੋਣੀਆਂ ਨੇ, ਇਹ 'ਚ ਅਸੀਂ ਆਪਣੇ ਜਿਹੜੇ ਸਹਿਯੋਗੀ ਆ ਉਹਨਾਂ ਨਾਲ ਮਿਲ ਕੇ ਸਰਕਾਰ ਬਣਾਉਣੀ ਹੈ ਜੀ, ਵੀ ਅਸੀਂ, ਸਾਡੀ ਮੈਂਬਰਸ਼ਿਪ ਦੀ ਡਰਾਈਵ ਚੱਲ ਪਈ ਹੈ, ਤੇ ਬੀਜੇਪੀ ਨਾਲ ਸੀਟ ਸ਼ੇਅਰਿੰਗ ਕਰਨ ਵਾਸਤੇ ਉਹ ਬੀਜੇਪੀ ਹਾਈਕਮਾਂਡ ਨੂੰ ਮਿਲ ਜਾਣਗੇ ਦਿੱਲੀ। ਤੇ ਉਹ ਫਿਰ ਉਹਨਾਂ ਨੇ ਗੱਲ ਦੁਹਰਾਈ ਕਿ ਉਹ ਬੀਜੇਪੀ ਵਾਸਤੇ ਉੱਤਰਾਖੰਡ ਤੇ ਯੂਪੀ 'ਚ ਪ੍ਰਚਾਰ ਕਰਨਗੇ ਜੀ, ਤੇ ਪੰਜਾਬ 'ਚ ਅਸੀਂ ਬੀਜੇਪੀ ਨਾਲ ਮਿਲ ਕੇ ਤੇ ਕੁਝ ਹੋਰ ਸਹਿਯੋਗੀ ਨਾਲ ਮਿਲ ਕੇ ਸਰਕਾਰ ਬਣਾ ਲੈਣੀ ਹੈ। ਇਹ ਉਹਨਾਂ ਦਾ ਕਹਿਣਾ ਹੈ। ਇਹ ਦਾਅਵਾ ਕਿੰਨਾ ਕੁ ਅਪਲਾਈ ਹੁੰਦਾ, ਕਿੰਨਾ ਕੁ ਨਹੀਂ, ਇਹਦੇ ਬਾਰੇ ਹੁਣ ਤਾਂ ਨਹੀਂ ਕਿਹਾ ਜਾ ਸਕਦਾ, ਪਰ ਜੇ ਵੈਸੇ ਮੈਂ ਗੱਲ ਕਰਨੀ ਹੋਵੇ ਤਾਂ ਇਸ ਦਾਅਵੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਮ ਨਹੀਂ ਹੈ। ਇਹਨਾਂ ਦੀ ਹਾਲਤ ਕੋਈ ਬਹੁਤੀ ਵਧੀਆ ਹੋਣੀ ਨਹੀਂ। ਜੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਤੋੜ ਗਏ ਕੈਪਟਨ ਅਮਰਿੰਦਰ, ਫਿਰ ਜ਼ਰੂਰ ਕੁਝ ਸਥਿਤੀਆਂ ਬਦਲ ਜਾਣਗੀਆਂ, ਹੰਗ ਅਸੈਂਬਲੀ ਵੱਲ ਜਾ ਸਕਦਾ ਪੰਜਾਬ, ਨਹੀਂ ਤਾਂ ਬੀਜੇਪੀ ਦਾ
ਔਖਾ, ਚਾਹੇ ਉਹਦੇ ਨਾਲ ਜਿਹੜਾ ਮਰਜ਼ੀ ਆ ਜਾਏ ਜੀ। ਦੇਖੋ ਜੀ, ਇੱਕ ਬਦਲਦੇ ਹਾਲਾਤ ਹੈਗੇ ਆ, ਕੱਲ ਨੂੰ ਕੀ ਗੱਲ ਹੋਣੀ ਆ ਕੁਝ ਪਤਾ ਨਹੀਂਗਾ, ਅਪਡੇਟ ਕਰਦੇ ਰਵਾਂਗੇ। ਅੰਤ ਵਿੱਚ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਨੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੀਦਾ ਸਟੂਡੀਓ ਦੇ ਵਿੱਚ 905 458 44 44 ਤੇ ਸਾਡੇ ਨਾਲ ਗੱਲਬਾਤ ਕਰ ਸਕਦਾ।